ਇੰਨੇ ਸਾਲ ਤੁਸੀਂ ਆਰਮੀ ਦੇ ਵਿੱਚ ਰਹੇ ਹੋ, ਅਲੱਗ-ਅਲੱਗ ਪੋਸਟਾਂ ਤੇ ਰਹੇ ਹੋ, ਤੁਸੀਂ ਬਾਰਡਰਾਂ ਦੇ ਉੱਤੇ ਸਾਹਮਣੇ ਆਉਂਦੀਆਂ ਗੋਲੀਆਂ ਵੇਖੀਆਂ ਨੇ, ਤੁਸੀਂ ਉਹ ਬਾਰਡਰਾਂ ਦੇ ਉੱਤੇ ਸ਼ਹੀਦ ਹੋਣ ਦੇ ਜਵਾਨ ਦੇਖੇ ਨੇ। ਉਸ ਸਭ ਦੇ ਵਿੱਚ ਕਿਉਂਕਿ ਉਹ ਜਿਹੜਾ ਦੌਰ ਸੀ ਉਹ ਹੋਰ ਸੀ, ਉਦੋਂ ਸਾਡੇ ਕੋਲ ਹਥਿਆਰ ਨਵੇਂ ਸੀ, ਸਭ ਕੁਝ ਮਤਲਬ ਆਧੁਨਿਕ ਸੀਗਾ ਉਸ ਸਮੇਂ ਦੇ ਹਿਸਾਬ ਦੇ ਨਾਲ। ਪਰ ਅੱਜ ਅਗਰ ਤੁਸੀਂ ਖੜ ਕੇ ਬਾਰਡਰਾਂ ਵੱਲ ਦੇਖਦੇ ਹੋ ਤੁਹਾਨੂੰ ਸੁਰੱਖਿਅਤ ਲੱਗਦੇ ਨੇ? ਪ੍ਰੀਤ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਜਿਹੜੀ ਸਾਡੀ ਆਰਮੀ ਹੈ ਨਾ ਜੀ, ਇੰਡੀਅਨ ਆਰਮਡ ਫੋਰਸਿਸ ਜੀ, ਅਗਰ ਹਿੰਦੁਸਤਾਨ ਦੇ ਵਿੱਚ ਕੋਈ ਨੈਗਲੈਕਟਡ ਹੈ ਨਾ, ਉਹ ਸਾਡੀਆਂ ਆਰਮਡ ਫੋਰਸਿਸ ਨੈਗਲੈਕਟਡ ਨੇ। ਇੰਨੀ ਬੁਰੀ ਤਰ੍ਹਾਂ ਨੈਗਲੈਕਟਡ ਨੇ ਕਿ ਇਹਨਾਂ ਦਾ ਕੋਈ ਮਾਈ ਬਾਪ ਹੀ ਹੈ ਨਹੀਂ। ਔਰ ਚੀਫ ਆਫ ਆਰਮੀ ਸਟਾਫ ਦੀ ਵੀ ਵਿਚਾਰੇ ਦੀ ਕੋਈ ਸੇ ਹੈ ਨਹੀਂ, ਕਿਉਂਕਿ ਇੱਕ ਇਹਨਾਂ ਨੇ ਬਣਾ ਰੱਖੀ ਹੈ ਮਿਨਿਸਟਰੀ ਆਫ ਡਿਫੈਂਸ, ਇੱਕ ISS ਸੈਕਟਰੀ ਹੁੰਦਾ, ਜਿਹਨੂੰ ਕੋਈ ਨੌਲੇਜ ਨਹੀਂ, ABC ਦੀ ਨੌਲੇਜ ਨਹੀਂ ਹੈਗੀ, ਜਿਹਨੂੰ ਇਹ ਵੀ ਨਹੀਂ ਪਤਾ ਕਿ AK-47 'ਚ ਗੋਲੀਆਂ ਕਿੰਨੀਆਂ ਪੈਂਦੀਆਂ ਨੇ, ਜਿਹਨੂੰ ਇਹ ਨਹੀਂ ਪਤਾ ਕਿ ਬੋਫਰ ਦਾ ਰੇਂਜ ਕਿੰਨਾ ਹੈ, ਜਿਹਨੂੰ ਇਹ ਨਹੀਂ ਪਤਾ ਕਿ ਸਾਡੇ ਜਹਾਜ਼ ਚਾਈਨਾ ਜਾ ਕੇ ਵਾਪਸ ਆ ਸਕਦੇ ਨੇ ਕਿ ਆ ਸਕਦੇ ਨੇ। ਉਹ ਸਾਡੇ ਡਿਫੈਂਸ ਦਾ ਇੰਚਾਰਜ ਦੇ ਸਭ ਤੋਂ ਵੱਡਾ ਐਡਵਾਈਜ਼ਰ ਬਣਾ ਕੇ ਡਿਫੈਂਸ ਸੈਕਟਰੀ ਲਾ ਰੱਖਿਆ। ਔਰ ਉਹਦੇ ਥੱਲੇ ਜਿੰਨਾ ਵੀ ਅਮਲਾ ਹੈ ਉਹ ਸਾਰੇ ਸਿਵਲੀਅਨ ਅਮਲਾ ਹੈ, ਜਿਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਫੌਜ ਦੇ ਨਾਲ। ਔਰ ਚੀਫ ਆਫ ਆਰਮੀ ਸਟਾਫ ਜਿਹੜਾ ਉਹ ਆਨਸਰੇਬਲ ਹੈ ਡਿਫੈਂਸ ਸੈਕਟਰੀ ਨੂੰ, ਉਹਦੇ ਤੋਂ ਜੂਨੀਅਰ ਹੈ। ਉਹ ਡਿਫੈਂਸ ਸੈਕਟਰੀ IAS ਜਿਹੜਾ ਉਹ ਉਹਦੇ ਤੋਂ ਬਹੁਤ ਸੀਨੀਅਰ ਹੈ। ਪ੍ਰੋਟੋਕਾਲ ਦੇ ਵਿੱਚ ਚੀਫ ਆਫ ਆਰਮੀ ਸਟਾਫ ਜਿਹੜਾ ਉਹ ਕਿਤੇ ਵੀ ਨਹੀਂ ਹੈਗਾ। ਜਦੋਂ ਤੁਸੀਂ ਇੰਨਾ ਡਿਮੋਰਲਾਈਜ਼ ਕਰੋਗੇ ਆਰਮਡ ਫੋਰਸਿਸ ਨੂੰ, ਔਰ ਇਹਨਾਂ ਨੇ ਇਹ ਸੋਚਿਆ ਕਿ ਪਿਛਲੇ 1971 ਤੋਂ ਬਾਅਦ ਕਿ ਸਾਨੂੰ ਸ਼ਾਇਦ ਡਿਫੈਂਸ ਫੋਰਸਿਸ ਦੀ ਹੁਣ ਜ਼ਰੂਰਤ ਹੀ ਹੈ ਨਹੀਂ, ਸਾਡੇ ਕੋਲ ਤਾਂ ਪਾਕਿਸਤਾਨ ਨਾਲ ਸਾਡੇ ਟੱਕਰ ਹੈ, ਪਾਕਿਸਤਾਨ ਵੈਸੇ ਹੀ 4 ਲੱਖ ਫੌਜ ਹੈ, ਸਾਡੇ ਕੋਲ ਇਹਦਾ 10 ਲੱਖ ਫੌਜ ਹੈ, 12 ਲੱਖ ਫੌਜ ਹੈ, ਸਾਨੂੰ ਕੋਈ ਜ਼ਰੂਰਤ ਨਹੀਂ ਹੈਗੀ। 1971 ਦੇ ਵਿੱਚ ਜਦੋਂ ਅਸੀਂ ਲੜਾਈ 1971 ਦੀ ਲੜੀ ਤੇ ਸਾਡੀ 에ਅਰ ਫੋਰਸ ਜਿਹੜੀ ਸੀ ਉਹ ਸਟਰੋਂਗੈਸਟ ਸੀ, ਐਜ਼ ਸਟਰੋਂਗ ਐਜ਼ ਚਾਈਨਾ ਉਸ ਜ਼ਮਾਨੇ 'ਚ ਜੀ। ਔਰ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਸੀ। ਸਾਡੇ ਕੋਲੇ 45 에ਅਰ ਫੋਰਸ ਦੇ ਫਾਈਟਰ ਸਕਾਡਰਨ ਸੀਗੇ, ਔਰ 45 ਜਿਹੜੇ ਸੀਗੇ ਉਹ ਲੇਟੈਸਟ ਸਕਾਡਰਨ ਜਹਾਜ਼ ਸੀਗੇ ਜਿਹੜੇ 2 ਸਾਲ 3 ਸਾਲ, ਕਿਉਂਕਿ ਜਦੋਂ ਅਸੀਂ ਬਾਹਰ ਦੀ ਲੜਾਈ ਲੜੀ ਜੀ, ਬਾਹਰ ਦੀ ਲੜਾਈ ਤੋਂ ਜਿਵੇਂ ਸਾਨੂੰ ਮਾਰ ਪਈ ਔਰ ਬਾਹਰ 63 ਦੇ ਵਿੱਚ ਅਸੀਂ ਇਹ ਸਾਰੀ ਐਕਸਪੈਂਸ਼ਨ ਸ਼ੁਰੂ ਕੀਤੀ। ਔਰ 2 ਸਾਲਾਂ 'ਚ ਇੰਨੀ ਫੌਜ ਦੀ ਐਕਸਪੈਂਸ਼ਨ ਹੋਈ, ਇੰਨੀ ਕਿ 200-300 ਫਾਈਟਰ ਜਹਾਜ਼ ਸਾਡੇ 2 ਸਾਲਾਂ 'ਚ ਆ ਗਏ। MiG-21, MiG-27, MiG-23, MiG-29, ਇਹ ਸਾਰੇ ਜਹਾਜ਼ ਜਿਹੜੇ ਨੇ ਇਹ ਉਦੋਂ ਲੇਟੈਸਟ ਸੀਗੇ ਰਸ਼ੀਆ ਦੇ, ਔਰ ਇਹ ਸਾਨੂੰ ਉਦੋਂ ਫਟਾਫਟ ਮਿਲੇ। ਇਹੀ ਇੱਕ ਸਾਡੀ ਸੇਵਿੰਗ ਗ੍ਰੇਸ ਸੀ ਜਿਹੜਾ 65 ਦੇ ਵਿੱਚ ਸਾਡਾ ਨੁਕਸਾਨ ਨਹੀਂ ਹੋਇਆ। ਅਗਰ 1962 ਦੀ ਲੜਾਈ ਨਾ ਹੋਈ ਹੁੰਦੀ ਤੇ ਪਾਕਿਸਤਾਨ ਸਾਡੇ ਤੇ 1965 'ਚ ਹਮਲਾ ਕਰਦਾ ਤੇ ਸਾਡੇ ਕੋਲੇ ਪੰਜਾਬ ਰਹਿਣਾ ਹੀ ਕੋਈ ਨਹੀਂ ਸੀ, ਸਭ ਕੁਝ ਬਰਬਾਦ ਹੋ ਜਾਣਾ। ਵੀ ਵੁੱਡ ਹੈਵ ਲੌਸਟ ਪੰਜਾਬ ਜੀ। ਸ਼ਾਇਦ ਤੁਹਾਨੂੰ ਨਹੀਂ ਪਤਾ ਕਿ 1965 ਦੀ ਲੜਾਈ 'ਚ ਜਦੋਂ ਆਰਮਡ ਡਿਵੀਜ਼ਨ ਪਾਕਿਸਤਾਨ ਦੇ ਫਸਟ ਆਰਮਡ ਡਿਵੀਜ਼ਨ ਨੇ ਸਾਡੇ ਤੇ ਖੇਮ ਕਰਨ ਤੋਂ ਐਂਟਰੀ ਕੀਤੀ ਜੀ, ਤੋ ਚੀਫ ਆਫ ਆਰਮੀ ਸਟਾਫ ਜਿਹੜਾ ਸੀਗਾ ਉਹਦਾ ਦਿਨ ਰਾਤ ਹਰਬਖਸ਼ ਨੂੰ ਲੱਭਦਾ ਫਿਰਦਾ ਸੀ, ਆਰਮੀ ਕਮਾਂਡਰ ਨੂੰ, ਕਿ ਸਤਲੁਜ ਤੋਂ ਵਿਡਰਾ ਕਰਕੇ ਸਤਲੁਜ ਤੋਂ ਇੱਧਰ ਆ ਜਾਓ। ਓਕੇ, ਲੀਵ ਤਰਨਤਾਰਨ, ਲੀਵ ਅੰਮ੍ਰਿਤਸਰ, ਲੀਵ ਗੁਰਦਾਸਪੁਰ, ਕਮ ਟੂਵਰਡਸ ਦਿਸ ਸਾਈਡ ਆਫ ਦਾ ਸਤਲੁਜ। ਸਤਲੁਜ ਨੂੰ ਆ ਕੇ ਆਪਣਾ ਡਿਫੈਂਸ ਬਣਾਓ, ਕਿ ਪਾਕਿਸਤਾਨ ਦੇ ਟੈਂਕ ਜਿਹੜੇ ਨੇ ਸਤਲੁਜ ਦਰਿਆ ਦੇ ਵਿੱਚੋਂ ਪਾਰ ਨਹੀਂ ਕਰ, ਬਿਆਸ ਦੇ ਵਿੱਚੋਂ ਪਾਰ ਨਹੀਂ ਕਰ ਸਕਣਗੇ, ਤੇ ਤਾਂ ਕਿ ਅਸੀਂ ਉੱਥੋਂ ਆਪਣੇ ਆਪ ਨੂੰ ਡਿਫੈਂਡ ਕਰ ਸਕਾਂਗੇ। ਡੋਂਟ ਟਰਾਈ ਟੂ ਗੈਟ ਕਿਲਡ ਯੂਰ ਟਰੂਪਸ ਦੇਅਰ। ਉਹ ਤਾਂ ਜਨਰਲ ਹਰਬਖਸ਼ ਨੇ ਮੰਨਿਆ। ਉਹ ਕਹਿੰਦਾ ਸਾਡਾ ਨਨਕਾਣਾ ਸਾਹਿਬ ਪਹਿਲਾਂ ਗਿਆ, ਕਰਤਾਰਪੁਰ ਸਾਹਿਬ ਗਿਆ, ਹੁਣ ਜਿਹੜਾ ਸਾਡਾ ਗੋਲਡਨ ਟੈਂਪਲ ਹੈ, ਜਦ ਸਾਡਾ ਇਹ ਵੀ ਸਾਡੇ ਇੱਥੋਂ ਜਾਊਗਾ, ਫਿਰ ਸਾਡੇ ਸਿੱਖਾਂ ਕੋਲ ਰਹਿ ਕੇ ਗਿਆ। ਬਿਲਕੁਲ। ਉਹ ਅਮਰਿੰਦਰ ਸਿੰਘ ਵਾਜ਼ ADC ਟੂ ਜਨਰਲ ਹਰਬਖਸ਼। ਓਕੇ, ਜਦੋਂ ਰਾਤ ਨੂੰ 11-11:30 ਵਜੇ ਟੈਲੀਫੋਨ ਆਇਆ ਤੇ ਇੱਕ ਵਾਰ ਜਨਰਲ ਹਰਬਖਸ਼ ਨੇ ਸੁਣਿਆ ਤੇ ਉਹ ਕਹਿੰਦਾ ਵਿਡਰੋ ਬੈਕ ਟੂ ਅਦਰ ਸਾਈਡ ਆਫ ਬਿਆਸ ਰਿਵਰ। ਓਕੇ, ਤੇ ਉਹ ਕਹਿੰਦਾ ਮੈਂ ਲੜ ਰਿਹਾ ਨਾ ਇੱਥੇ ਤੇ ਮੈਨੂੰ ਪਤਾ ਕਿ ਮੈਂ ਇੱਥੇ ਕੀ ਕਰਨਾ, ਤੂੰ ਮੈਨੂੰ ਨਾ
ਜੋ ਮੈਂ ਚਾਹੁੰਦਾ ਉਹ ਟਰੂਪਸ ਭੇਜ, ਓਕੇ ਯੂ ਸੈਂਡ ਮੀ ਦਾ ਆਰਮੀ। ਤੇ ਉਸ ਤੋਂ ਬਾਅਦ ਉਹਨੇ ਕਿਹਾ ਯੂ ਵਿਡਰਾਅ, ਯੂ ਵਿਲ ਹੈਵ ਟੂ ਵਿਡਰਾਅ। ਉਹਨੇ ਕਿਹਾ ਤਾਂ ਟੈਲੀਫੋਨ ਨਹੀਂ ਸੁਣਨਾ, ਉਹਨੇ ਟੈਲੀਫੋਨ ਸਵਿਚ ਆਫ ਕਰਤਾ। ਔਰ ਇਹਨੂੰ ਕਹਿਤਾ ਅਮਰਿੰਦਰ ਨੂੰ, ਤੂੰ ਇਹਦਾ ਚੀਫ ਆਫ ਆਰਮੀ ਦਾ ਸਟਾਫ ਦਾ ਟੈਲੀਫੋਨ ਹੀ ਨਹੀਂ ਸੁਣਨਾ। ਓਕੇ And from there he moved his troops and tanks towards Khemkaran at night। ਔਰ ਜਦੋਂ ਫਿਰ ਸਵੇਰੇ ਹਮਲਾ ਹੋਇਆ ਉੱਥੇ, ਸਟ੍ਰਾਈਕ ਕੀਤੀ ਕਿਉਂਕਿ ਮੈਨੂੰ ਆਈ ਹੈਪਨ ਟੂ ਆਈ ਵਾਸ ਸੀਨੀਅਰ ਅੰਡਰ ਅਫਸਰ ਐਨਸੀਸੀ ਇਨ ਮਹਿੰਦਰਾ ਕਾਲਜ, ਤੇ 65 ਦੀ ਵਾਰ ਤੋਂ ਬਾਅਦ ਮੈਨੂੰ ਮੌਕਾ ਮਿਲਿਆ ਕਿ ਮੈਂ ਐਜ਼ ਏ ਐਨਸੀਸੀ ਕੈਡਟ ਖੇਮਕਰਨ ਦੇ ਪਿੰਡਾਂ ਦਾ ਦੌਰਾ ਕੀਤਾ। ਦੌਰਾ ਕਰੋ, ਓਕੇ। ਔਰ ਮੈਨੂੰ ਉੱਥੇ ਇੱਕ ਪਿੰਡ ਦਾ ਬਜ਼ੁਰਗ ਸੀਗਾ ਜਿਹੜਾ ਫਰੰਟ ਲਾਈਨ ਤੇ ਸੀਗਾ, ਉਹ ਕਹਿੰਦੇ ਸਾਰਾ ਖਾਲੀ ਕਰਾ ਲਿਆ ਸੀ ਪਿੰਡ, ਤੇ ਕਹਿੰਦੇ ਨਿਕਲ ਜਾਓ ਨਿਕਲ ਜਾਓ ਨਿਕਲ ਜਾਓ। ਅਸਲ ਉੱਤਰ ਤੋਂ ਜਿਹੜੇ ਪਰਲੇ ਪਿੰਡ ਸੀਗੇ, ਮੇਨ ਲੜਾਈ ਤਾਂ ਅਸਲ ਉੱਤਰ 'ਚ ਆ ਕੇ ਹੋਈ, ਤੇ ਉਹ ਕਹਿੰਦਾ ਮੈਂ ਨਹੀਂ ਜਾਣਾ। ਮੈਂ ਪਿੱਛੇ ਬੈਠੇ ਜਿਹੜੇ ਆਰਮੀ ਚੀਫ ਸੀ ਉਹ ਘਰੇ ਬੈਠੇ ਬੈਠੇ ਜੰਗ ਆਪਣੇ ਵੱਲੋਂ ਹਾਰ ਚੁੱਕੇ ਸੀ, ਉਹ ਤਾਂ ਜਿਹੜਾ ਮੌਕੇ ਦਾ ਅਫਸਰ ਸੀਗਾ ਉਹਨੇ ਬਚਾਇਆ ਕਿਤੇ ਨਾ ਕਿਤੇ। ਉਹਨੂੰ ਲੱਗਦਾ ਸੀ ਆਰਮੀ ਸਟਾਫ ਹਾਰ ਬੈਠੀ ਸੀ, ਹਿੰਦੁਸਤਾਨ ਹਾਰ ਚੁੱਕਿਆ ਸੀ। ਮੇਰੇ ਖਿਆਲ ਆਈ ਡੋਂਟ ਨੋ ਹਿਸ ਨੇਮ ਨਾਓ, ਮੈਂ ਗਲਤ ਨਹੀਂ ਪ੍ਰੋਨਾਉਂਸ ਕਰ ਸਕਦਾ, ਲੇਕਿਨ ਚੀਫ ਆਫ ਆਰਮੀ ਸਟਾਫ ਜਦੋਂ ਹਾਰ ਗਿਆ ਤੇ ਇਹਦੇ ਵੱਲ ਹਿੰਦੁਸਤਾਨ ਹਾਰ ਗਿਆ। ਲੇਕਿਨ ਅਗਰ ਜਨਰਲ ਹਰਬਖਸ਼ ਨਾ ਹੁੰਦਾ, ਅਗਰ ਜਨਰਲ ਹਰਬਖਸ਼ ਨਾ ਹੁੰਦਾ ਤਾਂ ਵੀ ਵੁੱਡ ਹੈਵ ਲੋਸਟ ਅੰਮ੍ਰਿਤਸਰ ਤਰਨਤਾਰਨ ਬੋਥ। ਅੱਜ ਦਰਬਾਰ ਸਾਹਿਬ ਵੀ ਭਰ ਦੇ ਹਦੂਦ ਨਹੀਂ ਵਿੱਚ ਨਾ ਹੁੰਦਾ। ਹੁੰਦਾ। ਤੋ ਇਸ ਕਰਕੇ ਉਹਨੇ ਕਿਹਾ ਕਿ ਪਾਗਲ ਹੈ, ਐਟ ਨੋ ਕਾਸਟ ਵੀ ਕੈਨ ਲੂਜ਼ ਦਿਸ। ਤੇ ਉਹ ਕਹਿੰਦਾ ਫਿਰ ਉਹ ਬੁੱਢਾ ਦੀ, ਮੈਂ ਬੁੱਢੇ ਨੂੰ ਜਦੋਂ ਪੁੱਛਿਆ, ਉਦੋਂ ਮੈਂ ਇੱਕ ਆਰਟੀਕਲ ਵੀ ਲਿਖਿਆ ਸੀ ਆਪਣੇ ਮਹਿੰਦਰਾ ਕਾਲਜ ਦੇ ਮੈਗਜ਼ੀਨ 'ਚ ਆ ਕੇ, ਕਹਿੰਦਾ ਸਵੇਰੇ 4 ਵਜੇ ਆਵਾਜ਼ਾਂ ਆਈਆਂ, ਜੋ ਬੋਲੇ ਸੋ ਨਿਹਾਲ, ਜੋ ਬੋਲੇ ਸੋ ਨਿਹਾਲ। ਤੇ ਮੈਂ ਕਿਹਾ ਆ ਗਏ ਸਾਡੇ ਮੁੰਡੇ, ਹੁਣ ਨਹੀਂ ਕੋਈ ਕਬਜ਼ਾ ਕਰ ਸਕਦਾ, ਹੁਣ ਨਹੀਂ ਸਾਡਾ ਕੁਝ ਹੋਇਆ ਸਕਦਾ। ਫਿਰ ਜੋ ਉੱਥੇ ਘਮਸਾਨ ਦਾ ਯੁੱਧ ਹੋਇਆ, ਔਰ ਜਿਸ ਤਰੀਕੇ ਨਾਲ ਟੈਂਕਾਂ ਦਾ ਕਬਰਸਤਾਨ ਬਣਾਇਆ ਗਿਆ, ਉਹ ਸਿਰਫ ਸਾਡੇ ਪੰਜਾਬ ਤੇ ਪੰਜਾਬ ਦੀ ਬਹਾਦਰੀ ਸੀਗੀ, ਉਹ ਸਾਡੇ ਮੁੰਡਿਆਂ ਦੀ ਬਹਾਦਰੀ ਸੀਗੀ। ਔਰ ਇੱਕ ਸਾਊਥ ਇੰਡੀਅਨ ਅਫਸਰ ਸੀਗਾ ਜੀ, ਕੈਪਟਨ ਫ੍ਰਾਂਸਿਸ, he was my instructor in OTS Madras, he was there in that war। ਓਕੇ। ਕਹਿੰਦਾ ਜੇ ਸਿੱਖ ਨਾ ਹੁੰਦੇ ਤੇ ਕਹਿੰਦਾ ਅਸੀਂ ਪਤਾ ਹੀ ਨਹੀਂ ਕਿੱਥੋਂ ਤੱਕ ਲੂਜ਼ ਕਰ ਸਕਦੇ, ਤਾਂ ਅਸੀਂ ਹਾਰ ਹੀ ਚੁੱਕੇ ਸੀ। ਮੈਂ ਉਹੀ ਗੱਲ ਕਹਿੰਦਾ ਕਹਿ ਰਿਹਾ, ਜਿੱਥੇ ਸਾਨੂੰ ਰੋਟੀ ਨਹੀਂ ਸੀ ਮਿਲਦੀ, ਸਾਨੂੰ ਦੁੱਧ ਤੇ ਖੀਰਾਂ ਬਣ ਕੇ ਚੱਲਦਿਆਂ ਗੋਲਿਆਂ ਦੇ ਵਿੱਚ ਫਰੰਟ ਬੰਕਰਾਂ ਤੇ ਆਉਂਦੇ ਸੀ। ਦੈਟਸ ਹਾਊ ਵੀ ਕੁਡ ਫਾਈਟ। ਜੀ ਜੀ ਜੀ। ਤੋ ਹੁਣ ਦਾ ਜਿਹੜਾ ਸਿਨੈਰੀਓ ਆ ਗਿਆ ਅੱਜ ਦੀ ਡੇਟ 'ਚ, ਵੀ ਆਰ ਦਾ ਵੀਕੈਸਟ 에ਅਰ ਫੋਰਸ। ਜੀ ਦੇਖੋ ਸਾਨੂੰ ਕਹਿਣਾ ਨਹੀਂ ਚਾਹੀਦਾ, ਕਿਉਂਕਿ ਦੇਸ਼ ਦੇ ਨਾ ਇਹ ਦੇਸ਼ ਦੀ ਸਮਝ ਲਓ ਸਵਾਲ ਹੈ, ਇੰਟਰਨਲ ਸਿਕਿਉਰਿਟੀ ਦਾ ਸਵਾਲ ਹੈ, ਲੇਕਿਨ ਜੋ ਸਾਰੀ ਦੁਨੀਆ ਨੂੰ ਪਤਾ, ਚੀਨ ਨੂੰ ਵੀ ਪਤਾ, ਪਾਕਿਸਤਾਨ ਨੂੰ ਪਤਾ, ਉਹ ਚੀਜ਼ ਹੀ ਅਸੀਂ ਗਵਰਨਮੈਂਟ ਨੂੰ ਵੀ ਜਤਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਕਿਉਂਕਿ ਸਿੱਖ ਕੌਮ ਅਕਸਰ ਜਦੋਂ ਅਸੀਂ ਕਹਿੰਦੇ ਹਾਂ ਸਾਹਮਣੇ, ਕਿ ਉਦੋਂ ਹੀ ਇਸ ਮੁਲਕ ਨੂੰ ਯਾਦ ਆਉਂਦੀ ਹੈ ਜਦੋਂ ਮੁਲਕ ਨੂੰ ਢਾਹ ਲੱਗਣ ਵਾਲੀ ਹੁੰਦੀ ਹੈ, ਜਾਂ ਪਤਾ ਹੁੰਦਾ ਹੈ ਇਸ ਦੇਸ਼ ਦੇ ਹੁਕਮਰਾਨਾਂ ਨੂੰ ਕਿ ਹੁਣ ਸਾਡੀਆਂ ਲੱਤਾਂ ਭਾਰ ਨਹੀਂ ਝੱਲਦੀਆਂ। ਹੁਣ ਬਾਰਡਰਾਂ ਦੇ ਉੱਤੇ ਨਾਲ ਦੇ ਗਵਾਂਢੀ ਮੁਲਕਾਂ ਦੇ ਜਿਹੜੇ ਸਿਪਾਹੀ ਨੇ ਉਹ ਚੜ੍ਹ ਕੇ ਆਉਣ ਲੱਗ ਪਏ ਨੇ, ਤੇ ਉਹਨਾਂ ਨੇ ਬੋਲੇ ਸੋਨੇ ਹਾਲ ਦੇ ਜਦੋਂ ਤੱਕ ਨਾਰੇ ਨਹੀਂ ਗਰਜਦੇ ਉਦੋਂ ਤੱਕ ਪੈਰ ਪੁੱਠੇ ਨਹੀਂ ਪਾਣੇ। ਤੇ ਉਸ ਤੋਂ ਬਾਅਦ ਚੇਤਾ ਆਉਂਦਾ ਹੈ। ਨਹੀਂ ਤਾਂ ਅਗਰ ਇਹੀ ਸਿੱਖ, ਬੇਸ਼ੱਕ ਚੰਨਨ ਸਿੰਘ ਨੇ, ਬੇਸ਼ੱਕ ਮੈਂ ਆ, ਚਾਹੇ ਕੋਈ ਵੀ XYZ ਹੋਰ ਹੋਵੇ, ਅਗਰ ਉਹ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਹੱਕ ਦੀ ਗੱਲ ਕਰੇ ਨਾ, ਆਪਣੇ ਹਦੂਦ ਦੀ ਗੱਲ ਕਰੇ, ਆਪਣੇ ਜ਼ਮੀਰ ਦੀ ਗੱਲ ਕਰੇ, ਆਪਣੇ ਧਰਮ ਦੀ ਗੱਲ ਕਰੇ, ਆਪਣੇ ਇਸ਼ਟਾਂ ਦੀ ਗੱਲ ਕਰੇ, ਆਪਣੇ ਅਸਲ ਜ਼ਮੀਰ ਦੀ ਗੱਲ ਕਰੇ, ਆਪਣੀ ਪਛਾਣ ਦੀ ਗੱਲ ਕਰੇ, ਤਾਂ ਫਿਰ ਠੱਪੇ ਅਲੱਗ-ਅਲੱਗ ਲਾ ਦਿੱਤੇ ਜਾਂਦੇ ਨੇ। ਇਹ ਅੱਤਵਾਦੀ ਨੇ, ਇਹ ਵੱਖਵਾਦੀ ਨੇ, ਇਹ ਕੇਸਾਧਾਰੀ ਹਿੰਦੂ ਨੇ। ਫਿਰ ਇਹਨਾਂ ਕੋਲ ਦੇਣ ਵਾਸਤੇ ਕੁਝ ਨਹੀਂ ਹੁੰਦਾ, ਇਹਨਾਂ ਦੇ ਕੋਲ ਸਿਰਫ ਥੋਪਣ ਵਾਸਤੇ ਬਹੁਤ ਚੀਜ਼ਾਂ ਹੁੰਦੀਆਂ ਨੇ, ਜੋ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ। ਫਿਰ ਬਾਰਡਰਾਂ 'ਤੇ ਤਾਂ ਚਾਹੇ ਕਿਸਾਨ ਬੈਠੇ ਹੋਣ, ਜਿਸ ਸਿਰ 'ਤੇ ਦਸਤਾਰਾਂ ਨੇ, ਅੱਤਵਾਦੀ ਕਹਿੰਦੇ ਆ ਇਹਨਾਂ ਨੂੰ, ਉਹਨਾਂ ਨੂੰ ਵੀ ਸ਼ਰਮ ਨਹੀਂ ਆਉਂਦਾ। ਉਹ ਅੰਨਦਾਤਾ ਨੇ ਜਿਹੜੇ ਬਾਰਡਰਾਂ 'ਤੇ ਬੈਠੇ ਨੇ, ਪਰ ਉਹਨਾਂ ਦੇ ਉੱਤੇ ਵੀ ਠੱਪੇ ਕਾਹਦੇ ਲਾਏ ਨੇ ਇਹਨਾਂ ਨੇ? ਅੱਤਵਾਦੀਆਂ ਦੇ। ਤੇ ਮੈਂ ਇਹ ਪੁੱਛਣਾ ਚਾਹੁੰਦਾ, ਅੱਤਵਾਦੀ ਕੋਈ ਵੀ ਹੋਵੇ, ਖਾਸ ਕਰਕੇ ਭਾਰਤ ਦੇ ਵਿੱਚ ਜਿਹਨਾਂ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ, ਕਿਹੜੀ ਮਾਂ ਆ ਜਿਹੜੀ ਦਾ ਵਿਆਹ ਅੱਤਵਾਦੀ ਦੇ ਨਾਲ ਹੋਇਆ ਸੀ ਤੇ ਜਿਹਦੇ ਪੁੱਤ ਅੱਤਵਾਦੀ ਜੰਮੇ? ਮੈਨੂੰ ਇਹ ਦੱਸ ਦਿਓ। ਆਖਿਰ ਕਿਉਂ ਘੱਟ ਗਿਣਤੀਆਂ ਦੇ ਨਾਲ ਧੱਕੇ ਹੁੰਦੇ ਨੇ
ਫਿਰ ਨਕਸਲਾਈਟ ਜੰਮਦੇ ਨੇ। ਫਿਰ ਉਹ ਚਾਹੇ ਪੰਜਾਬ 'ਚ ਜੰਮੇ ਹੋਣ, ਫਿਰ ਚਾਹੇ ਉਹ ਹਰਿਆਣੇ 'ਚ ਜੰਮੇ ਹੋਣ, ਗੁਜਰਾਤ 'ਚ ਜੰਮੇ ਹੋਣ ਜਾਂ ਸਾਊਥ 'ਚ ਜੰਮੇ ਹੋਣ। ਯੂਪੀ ਐਮਪੀ ਦੇਖ ਲਓ, ਕਿੱਥੇ ਨਹੀਂ ਹੈ ਨਕਸਲਾਈਟ। ਜਿੱਥੇ ਘੱਟ ਗਿਣਤੀਆਂ ਨੇ, ਜਿੱਥੇ ਉਹਨਾਂ ਦੇ ਉੱਤੇ ਅਤਿਆਚਾਰ ਹੁੰਦਾ ਹੈ, ਉੱਥੇ ਇੱਕ ਵੱਖਵਾਦੀ ਵਿਚਾਰਧਾਰਾ ਜਨਮ ਲੈਂਦੀ ਹੈ ਤੇ ਉਸ ਦੇ ਵਿੱਚੋਂ ਫਿਰ ਵਿਰੋਧ ਉਤਪੰਨ ਹੁੰਦਾ ਹੈ, ਜੋ ਕਿ ਬਹੁਤ ਲਾਜ਼ਮੀ ਹੈ। ਪਰ ਉਰੇ ਜਦੋਂ ਪੂਰੇ ਮੁਲਕ ਦੀ ਗੱਲ ਆ ਜਾਂਦੀ ਹੈ ਨਾ, ਫਿਰ ਸਾਰੇ ਭਾਈ ਭਾਈ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ, ਸਾਰੇ ਭਾਈ ਭਾਈ ਜਦੋਂ ਪਤਾ ਲੱਗਦਾ ਕਿ ਬਾਰਡਰਾਂ ਦੇ ਉੱਤੇ ਹੁਣ ਕੋਈ ਨਹੀਂ ਖੜਾ, ਸਾਨੂੰ ਅੱਖਾਂ ਕੱਢਣ ਵਾਲਾ ਕੋਈ ਨਹੀਂ ਹੈਗਾ, ਜਦੋਂ ਅੱਖਾਂ ਕੋਈ ਕੱਢ ਰਿਹਾ ਹੁੰਦਾ ਹੈ, ਉਦੋਂ ਫਟਾਫਟ ਇਹ ਹੁਕਮਰਾਨ ਗੰਦੀ ਸੋਚ ਵਾਲੇ ਕੁਝ ਜਿਹੜੇ ਹੈਗੇ ਨੇ, ਮੈਂ ਸੀਰੀਅਸਲੀ ਕਹਿ ਰਿਹਾ, ਕੁਝ ਜਿਹੜੇ ਇੱਕ ਕੱਟੜ ਸੋਚ ਲੈ ਕੇ ਬੈਠੇ ਹੋਏ ਨੇ, ਬ੍ਰਾਹਮਣਵਾਦੀ ਸੋਚ ਲੈ ਕੇ ਬੈਠੇ ਹੋਏ ਨੇ, ਜਿਹੜੇ ਭਾਰਤ ਨੂੰ ਭਾਰਤ ਨਹੀਂ ਮੰਨਦੇ, ਹਿੰਦੁਸਤਾਨ ਮੰਨਦੇ ਨੇ, ਇੱਕ ਹਿੰਦੁਸਤਾਨ ਬਣਾਉਣ ਦਾ ਏਜੰਡਾ ਲੈ ਕੇ ਬੈਠੇ ਹੋਏ ਨੇ, ਜਿਨ੍ਹਾਂ ਬਾਰੇ ਗੱਲ ਕਰ ਰਿਹਾ ਉਹ ਬਾਖੂਬ ਜਾਣਦੇ ਨੇ। ਮੈਂ ਸਾਰੇ ਦੇ ਸਾਰੇ ਹਿੰਦੂ ਭਾਈਚਾਰੇ ਨੂੰ ਕਦੇ ਟਾਰਗੇਟ ਨਹੀਂ ਕਰਦਾ, ਉਹ ਸਾਡੇ ਵਾਸਤੇ ਸਾਡੇ ਭਰਾ ਨੇ, ਬਹੁਤ ਸਤਿਕਾਰਯੋਗ ਨੇ, ਪਰ ਉਹਨਾਂ ਦੇ ਵਿੱਚ ਕੁਝ ਨੇ ਜੋ ਸਾਰੇ ਭਾਈਚਾਰੇ ਨੂੰ ਬਦਨਾਮ ਕਰਦੇ ਨੇ। ਪਰ ਅਸੀਂ ਅਗਰ ਬਾਰਡਰਾਂ ਦੀ ਗੱਲ ਕਰੀਏ, ਇਹ ਤਾਂ ਬਹੁਤ ਨੋਰਮਲ ਜਿਹੀਆਂ ਗੱਲਾਂ ਨੇ ਜਿਹੜੀਆਂ ਮੀਡੀਆ ਦੇ ਵਿੱਚ ਅਕਸਰ ਆਉਂਦੀਆਂ ਨੇ। ਤੁਸੀਂ ਦੇਖਦੇ ਹੋ ਕਿ ਸਿੱਖਾਂ ਦੀ ਲੋੜ ਇਹਨਾਂ ਨੂੰ ਉਦੋਂ ਹੀ ਪੈਂਦੀ ਹੈ, ਚੇਤਾ ਉਦੋਂ ਹੀ ਆਉਂਦਾ ਜਦੋਂ ਬਾਰਡਰਾਂ ਦੇ ਉੱਤੇ ਜੰਗ ਲੱਗਣੀ ਹੁੰਦੀ ਹੈ, ਤੇ ਫਿਰ ਉਦੋਂ ਕਹਿੰਦੇ ਨੇ, ਉਦੋਂ ਤਾਂ ਫਿਰ ਕੇਸਰੀ ਨਿਸ਼ਾਨ ਸਾਹਿਬ ਉਹ ਅੱਗੇ ਲਾ ਕੇ ਭੇਜੇ ਜਾਂਦੇ ਨੇ, ਬੋਲੇ ਸੋਨੇਹਾਲ ਦੇ ਨਾਰੇ ਮਾਰਦੇ ਹੋਏ ਸਿੰਘ ਜਦੋਂ ਜਾਂਦੇ ਨੇ, ਤਾਂ ਫਿਰ ਨੈਸ਼ਨਲ ਟੀਵੀ 'ਤੇ ਵੀ ਖਬਰਾਂ ਦਿਖਾਉਂਦੇ ਨੇ ਕਿ ਸਿੱਖ ਰੈਜੀਮੈਂਟ ਨਿਕਲ ਗਈ ਹੈ ਜੀ ਹੁਣ ਬਾਰਡਰ ਵਾਸਤੇ, ਹੁਣ ਜਲੰਧਰੋਂ ਤੁਰ ਪਈ ਹੈ, ਹੁਣ ਦਿੱਲੀ ਤੋਂ ਤੁਰ ਪਈ ਹੈ, ਠੀਕ ਹੈ, ਜੰਮੂ ਕਸ਼ਮੀਰ ਪਹੁੰਚਣ ਵਾਲੀ ਹੈ। ਪਰ ਉਹੀ ਅਗਰ ਕੇਸਰੀ ਨਿਸ਼ਾਨ ਸਾਹਿਬ ਬਾਰਡਰਾਂ ਦੇ ਉੱਤੇ ਜਿਹੜੇ ਬੈਠੇ ਹੋਏ ਨੇ ਦਿੱਲੀ ਦੇ ਕਿਸਾਨ, ਅਗਰ ਉੱਥੇ ਚੜਾਏ ਜਾਂਦੇ ਨੇ, ਲਾਲ ਕਿਲੇ ਤੇ ਚੜਾਏ ਜਾਂਦੇ ਨੇ, ਤਾਂ ਫਿਰ ਉਹ ਝੰਡਾ ਖਾਲਿਸਤਾਨ ਦਾ ਹੋ ਜਾਂਦਾ ਹੈ। ਹੁਣ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕਿਉਂਕਿ ਬਿਨਾਂ ਸਿੱਖਾਂ ਤੋਂ ਇਹ ਸੇਫ ਵੀ ਨਹੀਂ ਹੈ, ਕਿਉਂਕਿ ਇਹਨਾਂ ਦੀਆਂ ਲੱਤਾਂ ਨੂੰ ਸਿੱਧਾ ਕਰਕੇ ਅਗਰ ਅੱਜ ਤੱਕ ਰੱਖਿਆ ਹੈ ਨਾ, ਅਗਰ ਇਹ ਭਾਰਤ ਦੇ ਅਗਰ ਹੁਕਮਰਾਨ ਬਣ ਕੇ ਬੈਠੇ ਨੇ ਤੇ ਇਹ ਕਹਿੰਦੇ ਨੇ ਸਾਡੀਆਂ ਲੱਤਾਂ ਭਾਰ ਝੱਲਦੀਆਂ ਨੇ, ਤਾਂ ਇਹਨਾਂ ਦੀਆਂ ਲੱਤਾਂ ਦੀਆਂ ਹੱਡੀਆਂ ਜਿਹੜੀਆਂ ਮੇਨ ਹੈ ਨਾ, ਉਹ ਕਿਤੇ ਨਾ ਕਿਤੇ ਸਿੱਖ ਨੇ, ਤਾਂ ਹੀ ਇਹਦੀਆਂ ਲੱਤਾਂ ਭਾਰ ਚੱਲਦੀਆਂ ਨੇ। ਜੇ ਸਿੱਖ ਅਲੱਗ ਹੋ ਗਏ ਤੇ ਇਹਨਾਂ ਨੇ ਧਰਤਰ ਆ ਕੇ ਡਿੱਗ ਜਾਣਾ। ਕੀ ਕਹਿੰਦੇ ਹੋ? ਮੈਂ ਪ੍ਰੀਤ ਜੀ, ਮੈਂ ਤੁਹਾਨੂੰ ਦੂਜੇ ਪ੍ਰੋਸਪੈਕਟਿਵ 'ਚ ਲੈ ਕੇ ਜਾਣਾ ਚਾਹੁੰਦਾ ਜੀ ਕਿ ਜਿੱਥੋਂ ਤੱਕ ਸਾਡੀ ਆਰਮੀ ਦਾ ਸਵਾਲ ਹੈ, ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਇਹਨਾਂ ਨੇ 1971 ਦੀ ਲੜਾਈ ਤੋਂ ਬਾਅਦ ਇੱਕ ਐਸਾ ਕਾਨੂੰਨ ਲੈ ਕੇ ਆਂਦਾ ਕਿ ਸਿਰਫ ਅਸੀਂ ਜਿਹੜੀ ਆਬਾਦੀ ਦੇ ਹਿਸਾਬ ਨਾਲ ਹੀ ਭਰਤੀ ਕਰਨੀ ਹੈ। ਪਹਿਲਾਂ 20% ਸਿੱਖ ਸੀਗੇ ਫੌਜ ਦੇ ਵਿੱਚ, 20%। ਜੀ ਬਿਲਕੁਲ ਪਤਾ ਹੈ। ਤੇ ਅੱਜ ਅਸੀਂ ਹੈਗੇ 2%। 2%। ਮੈਨੂੰ ਯਾਦ ਹੈ ਜਦੋਂ ਮੈਂ ਅਫਸਰ ਬਣਿਆ ਤੇ ਅਸੀਂ ਘੱਟੋ ਘੱਟ 250 ਸਿੱਖ ਅਫਸਰ ਸੀਗੇ 450 ਚੋਂ। ਅੱਜ ਆਉਂਦੇ 2, ਸਾਰੇ ਕੋਰਸ ਵਿੱਚ 2 ਸਿੱਖ ਅਫਸਰ। ਮਤਲਬ ਜਦੋਂ ਤੁਸੀਂ ਹੁਣ ਸਾਡੀ ਯਾਦ ਇਹ ਸਮਝਦੇ ਨੇ ਕਿ ਇਹ ਜ਼ਿਆਦਾ ਨੇ, ਇਹ ਸਮਝਦੇ ਨੇ ਵੀ ਇਹ ਨੌਕਰੀ ਮਤਲਬ ਇਹਨੂੰ ਨੌਕਰੀ ਪੇਸ਼ਾ ਬਣਾ ਕੇ ਬਹਿ ਗਏ, ਬਜਾਏ ਕਿ ਇਹ ਸਾਡੀ ਜਿਹੜੀ ਜਜ਼ਬੇ ਦੀ ਲੜਾਈ ਹੈ, ਇਹ ਲੜਾਈ ਹੈ, ਇਹ ਦੂਜੇ ਮੁਲਕ ਨਾਲ ਲੜਾਈ ਹੈ। ਇਹ ਕਹਿੰਦੇ ਇਹ ਨੌਕਰੀਆਂ ਇਹਨਾਂ ਨੂੰ ਜ਼ਿਆਦਾ ਮਿਲ ਰਹੀਆਂ। ਹੁਣ ਲੱਗੂਗਾ ਪਤਾ, ਹੁਣ ਇਤਿਹਾਸ ਦੇਖੋ, ਇਤਿਹਾਸ ਦੁਹਰਾਉਂਦਾ। ਬਿਲਕੁਲ ਹੁਣ ਲੱਗੂਗਾ ਪਤਾ। ਮੈਂ ਹੁਣ ਵੀ ਇਹਨਾਂ ਨੂੰ ਕਹਿਣਾ, ਦੇਖੋ ਪਹਿਲਾਂ ਜਿਹੜੀ ਮੇਰੀ ਵੀਡੀਓ ਆਈ ਸੀ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮਾਰ ਕਿਹਨਾਂ ਨੂੰ ਪੈਣੀ ਹੈ? ਮਾਰ ਪੈਣੀ ਹੈ ਸਿੱਖਾਂ ਨੂੰ। ਅਸੀਂ ਬੈਠੇ ਹਾਂ ਬਾਰਡਰ ਤੇ, ਬਿਲਕੁਲ ਯੂਪੀ ਵਾਲਿਆਂ ਨੂੰ ਮਾਰ ਨਹੀਂ ਪੈਣੀ। JNK ਦੇ ਵਿੱਚ ਹਿੰਦੂ ਰਿਹਾ ਕੋਈ ਨਹੀਂ। ਜੰਮੂ 'ਚ ਹੈਗੇ, ਸ਼੍ਰੀਨਗਰ ਤੋਂ ਆਊਟ ਹੋ ਗਏ, 12,000-13,000 15,000 ਫੈਮਿਲੀਜ਼ ਉੱਥੇ ਸਿੱਖ ਹੈਗੇ। ਸ਼ੰਭ ਜੋੜੀਆਂ 'ਚ ਅਸੀਂ ਬੈਠੇ ਹਾਂ, ਰਜੌਰੀ 'ਚ ਅਸੀਂ ਬੈਠੇ ਹਾਂ, ਪੰਜਾਬ ਬਾਰਡਰ ਸਾਰਾ ਅਸੀਂ ਮੈਜੋਰਟੀ 'ਚ ਸਿੱਖ ਹਾਂ। ਚਲੋ ਹਿੰਦੂ ਬ੍ਰਦਰ ਵੀ ਸਾਡੇ ਨਾਲ ਭਰਾ ਨੇ, ਪਰ ਉਹ ਵੀ ਪੰਜਾਬੀ ਨੇ। ਪੰਜਾਬੀ ਦੇ ਸਾਰੇ ਪੰਜਾਬੀ ਨੇ, ਕੋਈ ਪੰਜਾਬੀਆਂ ਤੇ ਸਿੱਖਾਂ 'ਚ ਕੋਈ ਖਾਸ ਮੈਂ ਫਰਕ ਨਹੀਂ, ਬਰਾਬਰ ਦੇ ਲੜਾਕੇ ਹਾਂ ਅਸੀਂ। ਤੋ ਹੁਣ ਜਦੋਂ ਆ ਕੇ ਨੁਕਸਾਨ ਤਾਂ ਹੋਣਾ ਸਾਡਾ। ਤੋ ਮੈਂ ਇਹਨਾਂ ਨੂੰ ਇਹੀ ਕਿਹਾ ਸੀ ਕਿ ਤੁਸੀਂ ਐਂ ਕਰੋ ਵੀ ਸਾਡੀਆਂ ਪੈਨਸ਼ਨਾਂ ਬੇਸ਼ੱਕ ਘਟਾ ਲਓ, ਤੇ ਜਿਹੜਾ ਤੁਹਾਡਾ 20-25 ਲੱਖ ਜਿਹੜਾ ਤੁਹਾਡਾ ਮੁਲਾਜ਼ਮ ਹੈ ਸੈਂਟਰਲ ਗੌਰਮੈਂਟ ਦਾ, ਉਹਨਾਂ ਦੀਆਂ ਤਨਖਾਹਾਂ ਵੀ ਅੱਧੀਆਂ ਕਰ ਦਿਓ। 2 ਮਹੀਨੇ ਦੀ 1 ਮਹੀਨੇ ਦੀ ਤਨਖਾਹ ਭਾਵੇਂ ਨਾ ਦਿਓ। ਰੱਬ ਦਾ ਵਾਸਤਾ, ਜੇ ਸਾਨੂੰ ਉੱਜੜਨਾ ਪਹਿਲਾਂ ਪੈਣਾ, ਤੁਸੀਂ ਆਪਦੀ ਫੌਜ ਨੂੰ ਹਥਿਆਰ ਲੈ ਦਿਓ। ਵੀ ਹੈਵ ਏ ਵੈਰੀ ਵੈਲ ਟ੍ਰੇਨਡ ਫੋਰਸ, ਔਰ ਬਹੁਤ ਵਧੀਆ ਟ੍ਰੇਨਿੰਗ ਹੈ, ਬਹੁਤ ਵਧੀਆ ਸਾਡੇ ਮੁੰਡੇ ਨੇ, ਬੜੇ ਇੰਟੈਲੀਜੈਂਟ ਨੇ। ਪਰ ਜੇ ਤੁਸੀਂ ਇਹਨਾਂ ਦੇ ਹੱਥੇ ਡੰਡੇ ਫੜਾ ਦਿਓਗੇ ਤੇ ਫਿਰ ਕੀ ਲੜਨਗੇ? ਤੇ ਲੜਾਈ ਕਿਹਦੇ ਨਾਲ ਕਰੋਗੇ?
ਅੱਜ ਡਿਪਲੀਟਡ 에ਅਰ ਫੋਰਸ ਹੈ ਤੁਹਾਡੀ 24 ਸਕੁਆਡਰਨ ਨੇ। ਅੱਜ ਦੀ ਖਬਰ ਬੜੀ ਮਜ਼ੇਦਾਰ ਹੈ, ਜਦੋਂ ਇਹਨਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਉਹ ਭਾਵੇਂ ਤੁਸੀਂ ਸੈਕੰਡ ਹੈਂਡ 1000 ਜਹਾਜ਼ ਚਾਹੀਦਾ ਸਾਨੂੰ ਲੇਟੈਸਟ ਫਾਈਟਰਸ 5-7 ਸਾਲ ਪੁਰਾਣੇ ਹੀ ਲਿਆਓ। ਨਵਾਂ ਤਾਂ ਹੁਣ ਦੇਖੋ ਨਾ, ਰਫੇਲ ਮਿਲਣਾ ਤੇ 6 ਮਹੀਨਿਆਂ 'ਚ ਇੱਕ ਬਣਦਾ ਹੈ। ਬਿਲਕੁਲ। ਤੇ ਲੜਾਈ ਤੁਸੀਂ ਲੜਨੀ ਹੈ 2 ਮਹੀਨਿਆਂ ਨੂੰ, ਤੇ ਜਾਂ ਤਾਂ ਮਹੀਨੇ ਨੂੰ ਲੜਨੀ ਹੈ, ਨਵੰਬਰ ਤੱਕ ਬੰਦ ਹੋ ਜਾਣੀ ਹੈ। ਤਾਂ ਸ਼ੁਕਰ ਕਰੋ ਥੋੜਾ ਜਿਹਾ ਸਾਨੂੰ ਬਰੀਥਿੰਗ ਗਰਾਊਂਡ ਮਿਲ ਗਿਆ ਹੈ ਕਿ ਉਹਨਾਂ ਨੇ ਆਪਸ ਵਿੱਚ ਖਾਨਾ ਜੰਗੀ ਸ਼ੁਰੂ ਹੋ ਗਈ ਉੱਥੇ ਤਾਲਿਬਾਨ 'ਚ। ਅਗਰ ਉਹ ਨਾ ਹੁੰਦੀ ਤੇ ਨੈਕਸਟ ਮੰਥ ਤੋਂ ਦੇ ਵੁੱਡ ਹੈਵ ਸਟਾਰਟ ਪੋਰਿੰਗ ਇਨਟੂ ਦਾ J&K। ਬਿਲਕੁਲ ਬਿਲਕੁਲ। ਤੇ ਸਾਨੂੰ ਖਤਰਾ ਨੈਕਸਟ ਡੇ ਹੋ ਗਿਆ ਸੀ। ਅੱਛਾ, ਮੈਂ ਇਹ ਪੁੱਛਣਾ, ਜਦੋਂ ਲਾਸਟ ਇੰਟਰਵਿਊ ਜਿਹੜੀ ਤੁਹਾਡੀ ਹੋਈ ਹੈ ਹੋਸਟ ਪਰਮਜੀਤ ਦੇ ਨਾਲ, ਉਹ ਇੰਟਰਵਿਊ ਜਦੋਂ ਨਸ਼ਰ ਕੀਤੀ ਤੇ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ ਇੰਡੀਅਨ ਗਵਰਨਮੈਂਟ ਦੇ ਟੇਬਲ ਤੱਕ ਉਹ ਇੰਟਰਵਿਊ ਪਹੁੰਚੀ ਤੇ ਉਹਦੇ ਨਾਲ ਬਹੁਤ ਬਵਾਲ ਮਚਿਆ ਹੈ। ਹਰ ਇੰਟਰਵਿਊ ਜਿਹੜੀ ਹੈ ਉਹ ਜਿਹੜੀ ਉਹਨਾਂ ਦੇ ਟੇਬਲ ਤੱਕ ਪਹੁੰਚਦੀ ਹੈ, ਤੇ ਜਿਹੜੀ ਤਾਂ ਉਹਨਾਂ ਨਹੀਂ ਸਿਰਫ ਤੁਹਾਡੀ ਜਾਂ ਸਾਰਿਆਂ ਦੀ? ਨਹੀਂ ਸਿਰਫ ਆਰਮੀ ਉਹ ਜੋ ਸਾਰਿਆਂ ਨੂੰ ਕਰਦੇ ਆ, ਪਰ ਜਿਹੜੀ ਆਰਮੀ ਵਾਲੀ ਉਹ ਤਾਂ ਉਹਨਾਂ ਨੂੰ ਡਾਇਰੈਕਟ ਹਿੱਟ ਕਰਦੀ ਹੈ। ਬਿਲਕੁਲ। ਉਹ ਤਾਂ ਇਟ ਹੈਜ਼ ਟੂ ਬੀ ਦੇਅਰ। ਦੇਖੋ ਹੋਇਆ ਕੀ ਹੈ ਕਿ ਜੋ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਹਥਿਆਰ ਲੈ ਕੇ ਦਿਓ। ਇਹਨਾਂ ਨੇ ਜਿੰਨੇ ਪਾਵਰਸ ਨੇ, ਇੱਕ ਤਾਂ ਇਹਨਾਂ ਨੇ ਟ੍ਰੇਨਿੰਗ ਪੈਟਰਨ ਚੇਂਜ ਕਰਤਾ ਕਿ ਜਿਵੇਂ ਤਾਲਿਬਾਨ ਦਾ ਟ੍ਰੇਨਿੰਗ ਪੈਟਰਨ ਦਾ ਵੇ ਦੇ ਆਰ ਹਾਰਡਲੀ ਟ੍ਰੇਨਡ, ਉਹਨਾਂ ਨੂੰ ਸਾਡਾ ਪੈਟਰਨ ਸਾਰਾ ਚੇਂਜ ਕਰੋ, ਟ੍ਰੇਨਿੰਗ ਪੈਟਰਨ ਪੂਰਾ ਚੇਂਜ ਕਰੋ। ਓਕੇ। ਦੂਜੀ ਗੱਲ ਇਹਨਾਂ ਨੇ ਇਹ ਕੀਤੀ ਕਿ ਜਿਹੜੇ ਸਾਡੇ ਲੋਕਲ ਕਮਾਂਡਰ ਨੇ, ਆਰਮੀ ਕਮਾਂਡਰ ਹੈ, ਉਹਨਾਂ ਦੀ ਪਰਚੇਸਿੰਗ ਪਾਵਰ ਲੈਟਸ ਸੇ ਕਿ 20 ਲੱਖ ਜਾਂ 30 ਲੱਖ ਜਾਂ 40 ਲੱਖ ਹੈ ਮਹੀਨੇ ਦੀ, ਵੀ ਉਹ ਕੋਈ ਵੀ ਸਮਾਨ ਖਰੀਦਣਾ ਚਾਹਣ ਤੇ ਉਹਨਾਂ ਪਾਵਰਾਂ ਇੰਨੀਆਂ ਹੀ ਨੇ। ਉਹ 5-5 ਗੁਣਾ ਪਾਵਰਾਂ ਕਰਤੀਆਂ। ਓਕੇ। ਕੀ ਮਤਲਬ ਆਰਮੀ ਕਮਾਂਡਰ ਹੈ, ਟ੍ਰੇਨਿੰਗ ਕਮਾਂਡ ਹੈ, ਆਰਮੀ ਕਮਾਂਡਰ ਉਹ 100 ਕਰੋੜ ਦਾ ਵੀ ਖਰੀਦ ਸਕਦਾ, ਉਹਨੂੰ ਕੋਈ ਪਰਮਿਸ਼ਨ ਲੈਣ ਦੀ ਜ਼ਰੂਰਤ ਨਹੀਂ। ਪਹਿਲਾਂ ਤਾਂ ਚੁਆਨੀ ਵੀ ਖਰਚਣੀ ਤਾਂ ਪਰਮਿਸ਼ਨ ਲੈਣੀ ਪੈਂਦੀ ਜੀ। ਇੱਕ ਇਹ ਹੋ ਗਿਆ। ਇੱਕ ਅੱਜ ਦੀ ਲੇਟੈਸਟ ਹੈ ਕਿ ਇਹਨਾਂ ਨੇ ਮਰਾਜ ਜਿਹੜੇ ਫਰਾਂਸ ਤੋਂ ਉੱਤੇ ਜਿਹੜੇ ਜਹਾਜ਼ ਲੈਂਦੇ ਨੇ, ਸੈਕੰਡ ਹੈਂਡ ਜਹਾਜ਼ ਖਰੀਦੇ 24। ਸਭ ਤੋਂ ਵੱਡਾ ਇੰਪੈਕਟ ਇਹ ਹੋਇਆ ਜੀ, ਇਹ ਅੱਜ ਦੀ ਲੇਟੈਸਟ ਨਿਊਜ਼ ਹੈ ਕਿ 24 ਮਰਾਜਿਸ ਜਿਹੜੇ ਨੇ ਸੈਕੰਡ ਹੈਂਡ ਆ ਰਹੇ ਨੇ। ਬਿਲਕੁਲ। ਤੇ ਮੈਂ ਕਹਿੰਦਾ 24 ਨਾਲ ਕੁਝ ਨਹੀਂ ਬਣਨਾ, ਘੱਟੋ ਘੱਟ 500-700 ਹੋਰ ਲਿਆਓ, 10 ਸਾਲ 5 ਸਾਲ ਪੁਰਾਣੇ ਲਿਆਓ। ਅਸੀਂ ਤਾਂ ਲਈ ਬੈਠੇ 70-70 ਸਾਲ ਪੁਰਾਣੇ। ਸਾਡਾ ਤਾਂ ਕੋਈ ਵੀ ਜਹਾਜ਼ ਚਾਈਨਾ ਜਾ ਕੇ ਵਾਪਸ ਨਹੀਂ ਆ ਸਕਦਾ। ਹੁਣ ਇਹਨਾਂ ਨੇ ਰੀਫਿਲਿੰਗ ਸ਼ੁਰੂ ਕੀਤੀ ਹੈ ਜੀ। ਤੁਹਾਡੇ ਕੋਲ ਸਿਰਫ MKI 30 ਹੈ, ਉਹ ਕਿੰਨੇ ਨੇ, 70 ਨੇ ਜਾਂ 80 ਨੇ ਜਾਂ 150 ਹੈ ਜੀ। ਉਸ ਤੋਂ ਇਲਾਵਾ ਤੁਹਾਡਾ ਕੋਈ ਵੀ ਜਹਾਜ਼ ਚਾਈਨਾ ਜਾ ਕੇ ਵਾਪਸ ਨਹੀਂ ਆ ਸਕਦਾ। ਤੇ ਲੜਾਈ ਕਿਹਦੇ ਨਾਲ ਕਰੋਗੇ? ਅੱਜ ਅਸੀਂ 3 ਪਾਸਿਓਂ ਘਿਰੇ ਹੋਏ ਹਾਂ। ਅੱਜ ਅਸੀਂ ਪਾਕਿਸਤਾਨ, ਤਾਲਿਬਾਨ, ਚਾਈਨਾ ਐਂਡ ਟਰਕੀ। ਓਕੇ। ਟਰਕੀ ਇਜ਼ ਅ ਵੈਰੀ ਐਕਟਿਵ ਸਪੋਰਟਰ ਆਫ ਤਾਲਿਬਾਨ ਐਂਡ ਪਾਕਿਸਤਾਨ। ਅਜ਼ਰਬਾਈਜਾਨ ਨਾਲ ਜਦੋਂ ਲੜਾਈ ਹੋਈ ਅਰਮੇਨੀਆ ਦੀ, ਤੇ ਅਰਮੇਨੀਆ ਕਿਉਂ ਹਾਰਿਆ? ਇਟ ਵਾਜ਼ ਆਲ ਪਾਕਿਸਤਾਨੀ ਫੋਰਸਿਸ ਸਪੋਰਟਡ ਬਾਈ ਟਰਕੀ 에ਅਰ ਫੋਰਸ, ਟਰਕੀ ਡਰੋਨਸ, ਜਿਨ੍ਹਾਂ ਨੇ ਜਾ ਕੇ ਅਰਮੀਨੀਆ ਨੂੰ ਤਬਾਹ ਕੀਤਾ। ਟਰਕੀ ਇਜ਼ ਵੈਰੀ ਐਕਟਿਵਲੀ ਪਾਰਟਿਸਿਪੇਟਿੰਗ, ਔਰ ਉਹਨਾਂ ਦੀਆਂ ਲੇਸਟ ਡਰੋਨ ਨੇ। ਤੇ ਹੁਣ ਵੀ ਟਰਕੀ ਦੀਆਂ ਜਿਹੜੀਆਂ ਮਿਸਾਈਲਾਂ ਨੇ ਆਜ਼ਾਦ ਕਸ਼ਮੀਰ 'ਚ ਲੱਗ ਚੁੱਕੀਆਂ ਹੈ। ਓਕੇ। ਟੂ ਏਮਿੰਗ ਇੰਡੀਆ। ਤੋ ਹੁਣ ਜਿਹੜਾ ਸਾਨੂੰ ਖਤਰਾ ਇਮੀਡੀਏਟ ਹੈ, ਇਮੀਡੀਏਟ ਦੇਖੋ ਯੂਪੀ ਨੂੰ ਤਾਂ ਖਤਰਾ ਹੈ ਕੋਈ ਨਹੀਂ। ਬਿਲਕੁਲ। ਯੂਪੀ ਤਾਂ ਹੀ ਜਾਣਗੇ ਜੇ ਸਾਨੂੰ ਮਾਰਨਗੇ। ਬਿਲਕੁਲ। ਤੇ ਇਮੀਡੀਏਟ ਟਾਰਗੇਟ ਕੌਣ ਆ? ਇਮੀਡੀਏਟ ਟਾਰਗੇਟ ਹੈ ਪੰਜਾਬੀ, ਜੰਮੂ ਕਸ਼ਮੀਰ ਤੇ ਪੰਜਾਬੀ। ਉਹ ਤਾਲਿਬਾਨ ਵਾਲੇ ਇਹ ਕਹਿੰਦੇ ਨੇ ਕਿ ਸਿੱਖਾਂ ਨੂੰ ਪਾਸੇ ਕਰ ਦਿਓ, ਖੁਦਾ ਕੀ ਕਸਮ 24 घंटे में लाल किले का झंडा लगा देंगे। ਬਿਲਕੁਲ। ਸ਼ੇਰਾਮ ਕਹਿ ਰਹੇ ਨੇ, ਆਇਆ ਸੀ ਉਹਨਾਂ ਦਾ ਬਿਆਨ ਹੀ ਆਇਆ ਸੋਸ਼ਲ ਮੀਡੀਆ ਉੱਤੇ, ਪਿਆ ਇਹਨਾਂ ਨੂੰ ਪਾਸੇ ਕਰ ਦਿਓ ਜੀ। ਤੋ ਅਸੀਂ ਕਹਿੰਦੇ ਆ ਕਿ ਦੇਖੋ ਜੋ ਨਲਾਇਕੀ ਉੱਥੇ ਅਮਰੀਕਾ ਨੇ ਕੀਤੀ ਹੈ, ਸਭ ਤੋਂ ਵੱਡਾ ਅਗਰ ਫਰਾਡ ਦੁਨੀਆ ਦੇ ਵਿੱਚ ਹੋਇਆ ਉਹ ਯੂਨਾਈਟਿਡ ਸਟੇਟਸ ਨੇ ਕੀਤਾ, ਜਿਹਨੂੰ ਅਸੀਂ ਸੁਪਰ ਪਾਵਰ ਸਮਝਦੇ ਸੀ। ਉਹਨਾਂ ਨੇ ਲੱਖਾਂ ਬੇਟੀਆਂ, ਲੱਖਾਂ ਸਾਡੀਆਂ ਭੈਣਾਂ ਉਹ ਗਿਰਜਾਂ ਦੇ ਹਵਾਲੇ ਕਰਕੇ ਛੱਡ ਕੇ ਭੱਜ ਗਏ ਨੇ ਅਫਗਾਨਿਸਤਾਨ ਤੋਂ ਜੀ। ਔਰ ਉਹਨਾਂ ਨੇ ਇਤਿਹਾਸ ਨਹੀਂ ਪੜ੍ਹਿਆ। ਦੇਖੋ ਤੁਸੀਂ ਲੜਾਈ ਲੜਨ ਜਾਂਦੇ ਜੇ, ਤੁਹਾਨੂੰ ਅਫਗਾਨਿਸਤਾਨ ਦੇ ਇਤਿਹਾਸ ਬਾਰੇ ਨਹੀਂ ਪਤਾ। ਅਗਰ ਉਹਨਾਂ ਨੇ ਇਤਿਹਾਸ ਪੜ੍ਹਿਆ ਹੁੰਦਾ ਜੀ ਤੇ ਅੱਜ ਜੋ ਅਫਗਾਨਿਸਤਾਨ ਦੀ ਹਾਲਤ ਇਹ ਨਾ ਹੁੰਦੀ। ਉੱਥੇ ਸਿਰਫ ਤੇ ਸਿਰਫ ਸਿੱਖ ਫੌਜਾਂ ਨੇ 40 ਸਾਲ ਰਾਜ ਕੀਤਾ। ਉਹ ਧਾਂਕ ਜਮਾਈ ਉੱਥੇ, ਧਾਂਕ। ਬਿਲਕੁਲ। ਜਨਰਲ ਜੋਰਾ ਸਾਹਿਬ ਨੇ ਤਿੱਬਤ ਤੱਕ ਕੈਪਚਰ ਕੀਤਾ ਅਸੀਂ,
ਔਰ ਜੇ ਇਹਨਾਂ ਨੂੰ ਇਹ ਪਤਾ ਸੀ ਕਿ ਅਸੀਂ ਦੇਖੋ, ਇੱਕ ਤਾਂ ਅਸੀਂ ਬੈਠੇ ਹਾਂ ਇੱਥੇ, ਇੱਥੋਂ 1.5 ਘੰਟੇ ਦੀ ਫਲਾਈਟ ਹੈ ਕਾਬਲ। ਬਿਲਕੁਲ। ਤੁਸੀਂ ਜੇ ਛੱਡ ਕੇ ਭੱਜਣਾ ਹੀ ਹੈ, ਤੁਸੀਂ ਮਰਨਾ ਹੀ ਹੈ, ਤੇ ਅਸੀਂ ਵੀ ਆਰ 6 ਆਰ ਕਾਜ਼ ਫਾਰ ਹਿਊਮਨ ਰਾਈਟਸ ਅਗਰ ਚਲਾਇਆ ਤੇ ਬਾਬੇ ਨਾਨਕ ਨੇ ਚਲਾਇਆ, ਜਿਹਨੇ ਬਾਬਰ ਨੂੰ ਕਿਹਾ ਤੂੰ ਜਾਬਰ ਹੈ। ਬਿਲਕੁਲ। ਹਿਊਮਨ ਰਾਈਟਸ ਵਰ ਸਟਾਰਟਡ ਬਾਈ ਗੁਰੂ ਨਾਨਕ ਇਨ ਦਿਸ ਵਰਲਡ, ਤੇ ਅਸੀਂ ਇੱਥੇ ਬੈਠੇ ਹਾਂ। ਤੁਸੀਂ ਸਾਡਾ 50,000 ਮੁੰਡਾ ਇੰਪਲਾਈ ਕਰੋ, ਆਪਣੀ ਅਮਰੀਕਨ ਆਰਮੀ 'ਚ ਭਰਤੀ ਕਰੋ, ਸਾਨੂੰ ਉੱਥੇ ਲੇਟੈਸਟ ਵੈਪਨ ਦਿਓ, ਸਾਨੂੰ ਉੱਥੇ ਛੱਡ ਕੇ ਆਪ ਨਿਕਲ ਜਾਓ ਜਿੱਥੇ ਨਿਕਲਣਾ ਜੇ। ਬਿਲਕੁਲ। ਅਸੀਂ ਉੱਥੇ ਪਤਾ ਨਹੀਂ ਹਿੱਲਣ ਦਿੰਦੇ। ਉਹ ਜਿਹੜੀਆਂ ਸਾਡੀਆਂ ਅੱਜ ਭੈਣਾਂ ਜਿਹੜੀਆਂ ਰੋ ਰਹੀਆਂ ਨੇ, ਵੇਰਵੇ ਕੱਟ ਰਹੀਆਂ ਨੇ, ਜਿਨ੍ਹਾਂ ਨੂੰ ਜ਼ਬਰਦਸਤੀ ਕੁੜੀਆਂ ਨੂੰ, ਤਾਂ ਇਹ ਵੀ ਖਬਰ ਆਉਂਦੀ ਵੀ ਜਾਣ ਬੁੱਝ ਕੇ ਇਹ ਬਹੁਤ ਸੋਚ ਸਮਝ ਕੇ ਕੀਤਾ ਗਿਆ। ਸੋਚ ਸਮਝ ਕੇ ਕਿਉਂ ਕੀਤਾ ਗਿਆ? ਅਮਰੀਕਾ ਨੇ ਸੋਚ ਸਮਝ ਕੇ ਕਿਉਂ ਕੀਤਾ ਕਿ ਜਦੋਂ ਉਹਨੂੰ ਭੱਜਣ ਨੂੰ ਰਾਹ ਨਹੀਂ ਲੱਭਿਆ ਤੇ ਉਹਨਾਂ ਨੇ ਆਪਦੇ ਆਪ ਨੂੰ ਬਚਾਉਣ ਵਾਸਤੇ ਤਾਲਿਬਾਨ ਨਾਲ ਇੱਕ ਐਸਾ ਸਮਝੌਤਾ ਕੀਤਾ ਕਿ ਦੇਖੋ, ਸਾਨੂੰ ਤੁਸੀਂ ਆਰਾਮ ਨਾਲ ਨਿਕਲ ਦੇਣਾ ਇੱਥੋਂ, ਸਾਨੂੰ ਤੁਸੀਂ ਆਰਾਮ ਨਾਲ ਨਿਕਲ ਦੇਣਾ, ਤੇ ਬਾਕੀ ਅਸੀਂ ਹਵਾਈ ਅੱਡਾ ਵੀ ਆਪਦੇ ਕੋਲ ਰੱਖਾਂਗੇ, ਫਿਰ ਤੁਸੀਂ ਕਰਨਾ, ਫਿਰ ਸਾਡਾ ਜਦ ਤੱਕ ਲਾਸਟ ਜਹਾਜ਼ ਨਹੀਂ ਆਏਗਾ ਸਾਨੂੰ ਤੁਸੀਂ ਕੁਝ ਨਹੀਂ ਕਹਿਣਾ, ਤੇ ਉਸ ਤੋਂ ਬਾਅਦ ਜੋ ਮਰਜ਼ੀ ਕਰ ਲਿਆ ਜੇ। ਓਕੇ, ਦੈਟਸ ਵਾਟ ਐਗਜ਼ੈਕਟਲੀ ਹੈਪਨਡ। ਮਤਲਬ ਇਹ ਸੌਦਾ ਹੋਇਆ। ਇਹ ਸੌਦਾ ਹੋਇਆ। ਇਹ ਸੌਦੇ ਦੇ ਥੱਲੇ ਤਾਂ ਦੇਖੋ, ਕਹਿੰਦੇ ਜੀ 3 ਮਹੀਨਿਆਂ ਤੱਕ ਜਿਹੜਾ ਹੈ ਉਹ ਕਬਜ਼ਾ ਨਹੀਂ ਕਰ ਸਕਦੀ ਤਾਲਿਬਾਨ, ਕਿਉਂਕਿ 3 ਲੱਖ ਆਰਮੀ ਹੈ। 3 ਲੱਖ ਆਰਮੀ ਪ੍ਰੀਤ ਜੀ, ਅਗਰ ਮੈਂ ਉਹਨਾਂ ਦਾ ਕਮਾਂਡਰ ਹੁੰਦਾ 5 ਸਾਲ ਨਾ ਕਾਬਲ 'ਚ ਵੜਨ ਦਿੰਦਾ। 5 ਸਾਲ ਬਿਲਟ ਅਪ ਏਰੀਏ ਦੇ ਵਿੱਚ ਇੱਕ ਬੰਦਾ 50 ਬੰਦਿਆਂ ਨੂੰ ਰੋਕ ਸਕਦਾ ਹੈ। ਬਿਲਕੁਲ। ਕਿਉਂਕਿ ਪਤਾ ਹੀ ਨਹੀਂ ਕਿੱਥੋਂ ਗੋਲੀ ਵੱਜ ਜਾਣੀ ਹੈ। ਮਿਸਾਲ ਗੋਲਡਨ ਟੈਂਪਲ ਦੇ ਦੇਣਾ, 300-400 ਮੁੰਡਿਆਂ ਨੇ ਸਾਰੇ ਹਿੰਦੁਸਤਾਨ ਦੀ ਫੌਜ ਰੋਕ ਕੇ ਰੱਖੀ 4 ਦਿਨ, ਜਦ ਤੱਕ ਟੈਂਕ ਨਹੀਂ ਲਿਆਂਦੇ। ਅਗਰ ਟੈਂਕ ਨਾ ਲਿਆਉਂਦੇ ਤਾਂ 6 ਮਹੀਨੇ ਨਹੀਂ ਸੀ ਉੱਥੇ ਵੜ ਸਕਦੇ। ਉਹ 3 ਲੱਖ ਫੌਜ ਜਿਹੜੀ ਸੀ ਉਹ ਗਈ ਕਿੱਥੇ? ਉਹ ਭੱਜੀ ਕਿੱਧਰ? ਅਫਗਾਨਿਸਤਾਨ ਦੀ। ਉਹਨੂੰ ਪਹਿਲਾਂ ਫਲਾਈਟਾਂ 'ਚ ਬਿਠਾ ਕੇ ਅਮਰੀਕਾ ਰਵਾਨਾ ਕਰ ਦਿੱਤਾ ਗਿਆ ਸੀ। ਆਪਦੇ ਚੇਲਿਆਂ ਨੂੰ ਨਾਲ ਲੈ ਗਏ, ਕੋਈ ਇੱਧਰ ਲੈ ਗਿਆ, ਕੋਈ ਇੱਧਰ ਲੈ ਗਿਆ, ਕੋਈ ਇੱਧਰ। ਉਹ ਅਫਗਾਨਿਸਤਾਨ ਨੂੰ ਬਿਲਕੁਲ। ਇਸ ਸਾਰੀ ਗੱਲ ਦੀ ਸੂ ਆਬਵੀਅਸ ਹੈ ਕਿ ਇੰਡੀਅਨ ਗਵਰਨਮੈਂਟ ਨੂੰ ਵੀ ਹੋਊਗੀ ਤੇ ਇੰਡੀਅਨ ਆਰਮੀ ਨੂੰ। ਇੰਡੀਅਨ ਗਵਰਨਮੈਂਟ ਨੂੰ ਸਵਾਏ ਐਨੀ ਵੀ ਹੈਵ ਸੋ ਬੈਡਲੀ ਫੇਲਡ ਇਨ ਆਰ ਇੰਟੈਲੀਜੈਂਸ। ਮੈਂ ਪਹਿਲਾਂ ਵੀ ਕਿਹਾ, ਇਹ ਤਾਂ 3 ਮਹੀਨੇ ਦਾ ਆਇਸ ਲਾਈ ਫਿਰ ਆਪਦੀ ਐਮਬੈਸੀ ਨਹੀਂ ਕੱਢ ਸਕੇ ਉੱਥੋਂ, ਇਹ ਆਪਦਾ ਸਟਾਫ ਨਹੀਂ ਕੱਢ ਸਕੇ। ਦੇ ਬਾਰ ਥਿੰਕਿੰਗ 3 ਮਹੀਨੇ ਪਏ ਅਸੀਂ ਆਰਾਮ ਨਾਲ ਕੱਢ ਲਾਂਗੇ। ਉਹ ਤਾਂ 2 ਦਿਨ 'ਚ ਕਬਜ਼ਾ ਹੋ ਗਿਆ ਸਾਰਾ। ਤੇ ਨਾਲੇ ਅਰਬਾਂ ਰੁਪਈਆ ਇੰਡੀਆ ਦਾ ਉਸ ਕੰਟਰੀ ਦੇ ਵਿੱਚ ਵੀ ਹੈਵ ਸਪੈਂਡ ਬਿਲੀਅਨਸ ਆਫ ਡਾਲਰ। ਪਾਰਲੀਮੈਂਟ ਬਣਾ ਰਹੇ ਹਾਂ, ਸੜਕਾਂ ਬਣਾ ਰਹੇ ਹਾਂ, ਡੈਮ ਬਣਾ ਰਹੇ ਹਾਂ, ਪੋਰਟ ਈਰਾਨ 'ਚ ਬਣਾ ਰਹੇ ਹਾਂ, ਤਾਂ ਕਿ ਸਾਡਾ ਜਿਹੜਾ ਇੱਧਰੋਂ ਪਾਕਿਸਤਾਨ ਸਾਨੂੰ ਇੰਪੋਰਟ ਐਕਸਪੋਰਟ ਦਾ ਰਾਹ ਬੰਦ ਕਰ ਦਿੰਦਾ ਸੀ। ਸਾਡੀ ਇੰਪੋਰਟ ਐਕਸਪੋਰਟ ਜਿਹੜੀ ਉਹ ਸਮੁੰਦਰ ਦੇ ਕੰਢੇ ਥਰੂ ਈਰਾਨ ਹੋਇਆ ਕਰੇਗੀ। ਬਿਲਕੁਲ। ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਆਹ ਸਾਡੇ ਨਾਲ ਕੀ ਹੋ ਰਿਹਾ। ਬਿਲਕੁਲ। ਇਹ ਤਾਂ ਆਵਾਮ ਨੂੰ ਵੀ ਸੋਚਣਾ ਬਣਦਾ ਹੈ। ਸਾਡੇ ਜਿਹੜੇ ਉੱਚ ਅਧਿਕਾਰੀ ਬੈਠੇ ਹੋਏ ਨੇ, ਜਿਹਨਾਂ ਦੀ ਜ਼ਮੀਰਾਂ ਜਾਗਦੀਆਂ ਨੇ, ਵੈਸੇ ਬਹੁਤ ਆਦਤ ਹੈ ਜਿਹੇ ਨੇ ਜਿਹਨਾਂ ਦੀਆਂ ਮਰੀਆਂ ਹੋਈਆਂ ਨੇ। ਜਿੱਦਾਂ ਕੈਪਟਨ ਸਾਹਿਬ ਨੇ ਪਹਿਲਾਂ ਵੀ ਕਿਹਾ ਕਿ ਇਹਨਾਂ ਦੀ ਸੋਚ ਇਹ ਹੈ ਕਿ ਜੇਕਰ ਸਿੱਖ 20% ਆਰਮੀ 'ਚ ਭਰਤੀ ਹੁੰਦੇ ਨੇ, ਸ਼ਾਇਦ ਤਨਖਾਹਾਂ ਪਿੱਛੇ ਹੁੰਦੇ ਸੀ। ਇੱਕ ਜੰਗ ਲੜਨ ਵਾਸਤੇ ਤਾਕਤ ਦੇ ਨਾਲ ਨਾਲ ਜਜ਼ਬਾ ਵੀ ਬਹੁਤ ਜ਼ਰੂਰੀ ਹੁੰਦਾ ਹੈ, ਹੋਸ਼ ਦੇ ਨਾਲ ਨਾਲ ਜੋਸ਼ ਵੀ ਬਹੁਤ ਜ਼ਰੂਰੀ ਹੁੰਦਾ ਹੈ। ਜਿੰਨੇ ਮਰਜ਼ੀ ਅਕਲਮੰਦ ਹੋ ਤੁਸੀਂ, ਜੇ ਤੁਹਾਡੇ ਅੰਦਰ ਜਿਗਰਾ ਨਹੀਂ ਹੈ ਨਾ, ਤਾਂ ਤੁਸੀਂ ਬੰਦੂਕ ਚੱਕ ਵੀ ਨਹੀਂ ਸਕਦੇ। ਚਲਾਣੀ ਤਾਂ ਬਹੁਤ ਦੂਰ ਦੀ ਗੱਲ। ਉਹਦਾ ਹੋਰ ਗੱਲ ਹੈ ਕਿ ਸੂਡੇ ਜਿੰਨੇ ਮਰਜ਼ੀ ਲਾਈ ਰੱਖੋ ਬੰਦੂਕਾਂ, ਜਿੰਨੀਆਂ ਮਰਜ਼ੀ ਮੋਢਿਆਂ 'ਤੇ ਟੰਗੀ ਰੱਖੋ, ਪਤਾ ਅਸਲ ਉਦੋਂ ਚੱਲਦਾ ਹੈ ਜਦੋਂ ਹੱਥ 'ਚ ਫੜ ਕੇ ਸਾਹਮਣੇ ਨਿਸ਼ਾਨਾ ਲਾਣਾ ਹੋਵੇ ਤੇ ਟ੍ਰਿਗਰ ਦੱਬਣਾ ਪੈਂਦਾ ਹੈ। ਇਹ ਮੈਂ ਤਾਂ ਗੱਲਾਂ ਕਹਿ ਰਿਹਾ ਵੀ ਜਿਹੜੇ ਆਪਣੇ ਆਪ ਨੂੰ ਵੱਡੇ ਅਹੁਦੇਦਾਰ ਕਹਿੰਦੇ ਨੇ ਨਾ, ਉਹਨਾਂ ਨੂੰ ਪੁੱਛਣਾ, ਜਿਹੜੇ ਖਾਸ ਕਰਕੇ ਵੱਡੇ ਵੱਡੇ ਮੰਤਰੀ ਨੇ, ਸੰਤਰੀ ਨੇ, ਇੱਕ ਆਵਾਮ ਦਾ ਹੀ ਫਰਜ਼ ਬਣਦਾ, ਭਾਰਤ ਦੀ ਆਵਾਮ, ਮੈਂ ਸਿਰਫ ਪੰਜਾਬ ਨਹੀਂ ਕਹਾਂਗਾ, ਪੂਰੇ ਭਾਰਤ ਦੀ ਆਵਾਮ ਨੂੰ ਕਹਾਂਗਾ, ਇਕਜੁੱਟ ਹੋ ਕੇ ਨਾ ਇਹਨਾਂ ਮੰਤਰੀਆਂ ਤੋਂ ਪੁੱਛੋ ਕਿ ਤੁਹਾਡੇ ਕਿੰਨੇ ਕੀ ਨਿਆਣੇ ਆਰਮੀ 'ਚ ਨੇ, ਕਿੰਨੇ ਕੀ 에ਅਰਫੋਰਸ 'ਚ ਨੇ, ਕਿੰਨੇ ਕੀ ਨੇਵੀ 'ਚ ਨੇ, ਵਾਯੂ ਸੈਨਾ, ਜਲ ਸੈਨਾ, ਥਲ ਸੈਨਾ। ਇਹਨਾਂ ਦੇ ਵਿੱਚੋਂ ਕਿਸੇ ਇੱਕ ਵੱਡੇ ਮੰਤਰੀ ਦਾ, ਸੰਤਰੀ ਦਾ, ਮੈਂ ਕਹਿ ਰਿਹਾ ਆਜ਼ਾਦੀ ਤੋਂ ਬਾਅਦ ਹੁਣ ਤੱਕ, ਸੰਨ 47 ਤੋਂ ਕਹਿ ਰਿਹਾ, ਸੰਨ 47 ਤੋਂ ਬਾਅਦ ਹੁਣ ਤੱਕ ਜਿੰਨਿਆਂ ਨੇ ਵੀ ਵੱਡੇ ਵੱਡੇ ਅਹੁਦੇ ਮਾਣੇ ਨੇ ਨਾ, ਉਹਨਾਂ ਦੇ ਟੱਬਰ ਦੇ ਵਿੱਚੋਂ ਕੋਈ ਇੱਕ ਮੈਨੂੰ ਦਿਖਾ ਦਿਓ ਜਿਹਨੇ ਆਰਮੀ ਦੇ ਵਿੱਚ ਭਰਤੀ ਕੀ ਹੋਈ ਹੋਵੇ ਤੇ ਜਿਹਨੇ ਕਦੀ ਜਾ ਕੇ ਬਾਰਡਰ ਤੇ ਜੰਗ ਲੜੀ ਹੋਵੇ। ਹਾਂ, ਆਪਣੇ ਆਪ ਨੂੰ ਅਫਸਰ ਕਹਾਉਣ ਵਾਸਤੇ ਆਰਮੀ ਦੇ ਵਿੱਚ ਜ਼ਰੂਰ ਭਰਤੀ ਹੋਏ ਹੋਣਗੇ। ਐਵੇਂ ਤਾਂ ਕਹਿਣ ਨੂੰ ਕੈਪਟਨ ਅਮਰਿੰਦਰ ਸਿੰਘ ਵੀ ਆਰਮੀ 'ਚ ਸੀਗੇ, ਤਾਂ ਹੀ ਕੈਪਟਨ ਲੱਗਿਆ ਉਹਨਾਂ ਦੇ ਨਾਲ। ਪਰ ਉਹਨਾਂ ਤੋਂ ਕਦੀ ਜਾ ਕੇ ਪੁੱਛਿਆ ਜਾਵੇ ਕਿ ਉਹਨਾਂ ਦੀ ਆਰਮੀ ਦੇ ਵਿੱਚ ਰਹਿ ਕੇ ਪ੍ਰਾਪਤੀ ਕੀ ਰਹੀ, ਪੰਜਾਬ ਨੂੰ ਕੀ ਦੇਣ ਰਹੀ,
ਭਾਰਤ ਨੂੰ ਕੀ ਦੇਣ ਰਹੀ। ਜਿਹੜੀਆਂ ਉਹ ਜੰਗਾਂ ਯੁੱਧਾਂ ਦੀ ਗੱਲ ਕਰਦੇ ਨੇ ਉਹ ਜ਼ਰੂਰ ਉਹਨਾਂ ਨੇ ਫੇਸ ਕੀਤੀਆਂ ਹੋਣਗੀਆਂ, ਪਰ ਕਿੰਨੇ ਕਦਮ ਪਿੱਛੇ ਰਹਿ ਕੀਤੀਆਂ ਅਸਲ ਯੂਨਿਟ ਤੋਂ ਉਹ ਬਾਖੂਬੀ ਜਾਣਦੇ ਨੇ। ਇਹ ਗੱਲਾਂ ਬਿਨਾਂ ਤੱਥਾਂ ਤੋਂ ਨਹੀਂ ਕੀਤੀਆਂ ਜਾਂਦੀਆਂ ਤੇ ਬਿਨਾਂ ਤਰਕਾਂ ਤੋਂ ਤੁਹਾਡੇ ਜ਼ਿਹਨ ਦੇ ਅੰਦਰ ਇਹ ਚੀਜ਼ਾਂ ਉਤਰ ਵੀ ਨਹੀਂ ਸਕਦੀਆਂ। ਇਸ ਲਈ ਮੈਂ ਭਾਰਤ ਦੀ ਆਵਾਮ ਨੂੰ ਇਹ ਅਪੀਲ ਕਰਦਾ ਕਿ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ, ਜਿਹੜੇ ਪਾੜ ਕੇ ਚਲੇ ਗਏ। ਪਰ ਉਸ ਪਾਏ ਹੋਏ ਪਾੜਾਂ ਦੇ ਉੱਤੇ ਰਾਜਨੀਤੀ ਕਰਨ ਵਾਲੇ ਜਿਹੜੇ ਸਾਡੇ ਗੋਰੇ ਅੰਗਰੇਜ਼ਾਂ ਤੋਂ ਬਾਅਦ ਕਾਲੇ ਆ ਕੇ ਬੈਠੇ ਨੇ ਨਾ, ਉਹਨਾਂ ਨੇ ਹੋਰ ਪਾੜ ਵਧਾਏ ਨੇ, ਜ਼ਖਮ ਹੋਰ ਵਧਾਏ ਨੇ ਤੇ ਆਪਣੀਆਂ ਰਾਜਸੀ ਰੋਟੀਆਂ ਸੇਕੀਆਂ ਨੇ। ਤੇ ਹੁਣ ਮੌਕਾ ਉਹ ਆ ਗਿਆ ਹੈ ਕਿ ਭਾਰਤ ਸਾਰੇ ਪਾਸਿਓਂ ਘਿਰ ਗਿਆ ਹੈ। ਤੁਸੀਂ ਇਹ ਨਾ ਸੋਚੋ ਕਿ ਸਿਰਫ ਪੰਜਾਬ ਨੂੰ ਖਤਰਾ ਹੈ ਜਾਂ ਜੰਮੂ ਕਸ਼ਮੀਰ ਨੂੰ ਖਤਰਾ ਹੈ ਜਾਂ ਰਾਜਸਥਾਨ ਦੇ ਅਗਰ ਬਾਰਡਰ ਲੱਗਦੇ ਉਹਨਾਂ ਨੂੰ ਪਹਿਲਾਂ ਖਤਰਾ ਹੋਊਗਾ ਨਾ। ਅਗਰ ਇੱਕ ਵਾਰ ਹਿੰਮਤ ਪੈ ਗਈ ਤੁਹਾਡੇ ਘਰ ਦੇ ਅੰਦਰ ਵੜ ਕੇ ਘੁਸਪੈਠ ਕਰਨ ਦੀ ਗਵਾਂਢੀ ਮੁਲਕਾਂ ਨੂੰ, ਤਾਂ ਉਹ ਘੁਸਪੈਠ ਕਰਦੇ ਰਹਿਣਗੇ ਤੇ ਅੱਗੇ ਵਧਦੇ ਰਹਿਣਗੇ। ਤੇ ਅੱਜ ਵੀ ਡਰ ਉਹਨਾਂ ਨੂੰ ਬੇਸ਼ੱਕ ਚਾਈਨਾ ਹੈ ਜਾਂ ਪਾਕਿਸਤਾਨ ਹੈ ਜਾਂ ਹੁਣ ਅਫਗਾਨਿਸਤਾਨ ਦੇ ਉੱਤੇ ਕਾਬਜ਼ ਹੋਏ ਤਾਲਿਬਾਨੀ ਨੇ, ਇੱਕੋ ਹੀ ਹੈ ਕਿ ਪੰਜਾਬੀ ਹਟਾ ਦਿਓ ਉੱਥੋਂ, ਸਿੱਖ ਹਟਾ ਦਿਓ, ਫਿਰ ਦੇਖੋ ਅਸੀਂ ਕਿੱਦਾਂ 24 ਘੰਟੇ ਦੇ ਵਿੱਚ ਲਾਲ ਕਿਲੇ ਤੇ ਝੰਡਾ ਲਹਿਰਾਉਂਦੇ ਹਾਂ। ਤੇ ਇੱਕ ਅਜਿਹੀ ਹੀ ਘਟਨਾ ਚਾਈਨਾ ਦੇ ਬਾਰਡਰ ਦੇ ਉੱਤੇ ਵੀ ਹੋਈ ਸੀ। ਚਾਈਨਾ ਦੇ ਬਾਰਡਰ ਦੇ ਉੱਤੇ ਮੈਨੂੰ ਜਿੱਥੇ ਤੱਕ ਯਾਦ ਹੈ ਕਿ ਜ਼ਿਆਦਾ ਪੁਰਾਣੀ ਨਹੀਂ ਤਾਂ 2-3 ਸਾਲ ਪੁਰਾਣੀ ਇਹ ਘਟਨਾ ਹੈ ਕਿ ਇੰਡੀਅਨ ਆਰਮੀ ਤੇ ਚਾਈਨੀਜ਼ ਆਰਮੀ ਦੇ ਵਿੱਚ ਝੜਪ ਹੁੰਦੀ ਹੈ ਤੇ ਉਸ ਤੋਂ ਬਾਅਦ ਬਾਰਡਰ ਦੇ ਉੱਤੇ ਕੇਸਰੀ ਨਿਸ਼ਾਨ ਸਾਹਿਬ ਬਹੁਤ ਦੂਰ ਤੱਕ ਲੱਗੇ ਹੋਏ ਨਜ਼ਰ ਆਏ। ਉਸ ਤੋਂ ਬਾਅਦ ਚਾਈਨਾ ਦਾ ਕੋਈ ਕਮਾਂਡਡ ਆਫੀਸਰ ਸੀਗਾ, ਜਦੋਂ ਇੰਡੀਅਨ ਆਰਮੀ ਦੇ ਆਫੀਸਰ ਨੇ ਉਹਨਾਂ ਨਾਲ ਬਹਿਸ ਕੀਤੀ ਤੇ ਉਹਨੂੰ ਪੁੱਛਿਆ ਵੀ ਤੂੰ ਝੰਡੇ ਤਾਂ ਪੰਜਾਬੀਆਂ ਵਾਲੇ ਲਾਏ ਹੋਏ ਨੇ ਕਿ ਦਿਸ ਫਲੈਗ ਇਜ਼ ਬਿਲੋਂਗਸ ਟੂ ਸਿੱਖ ਕਮਿਊਨਿਟੀ, ਤੇ ਉਸ ਬੰਦੇ ਨੇ ਜਵਾਬ ਇਹ ਦਿੱਤਾ ਸੀਗਾ ਕਿ ਹਾਂ ਜਦੋਂ ਆ ਕੇ ਸਿੱਖਾਂ ਨੇ ਸਾਨੂੰ ਡਿਮਾਂਡ ਕੀਤੀ ਨਾ ਕਿ ਜਗ੍ਹਾ ਸਾਡੀ ਹੈ ਉਦਣ ਦੇਵਾਂਗੇ, ਤੁਹਾਡੀ ਹਿੰਮਤ ਨਹੀਂ ਹੈਗੀ ਇੱਥੇ ਵੜਨ ਦੀ। ਇਹ ਤਾਂ ਲਾਏ ਆ। ਕਿਉਂ? ਸ਼ਾਇਦ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਦੋਂ ਆਪਣਾ ਮਹਾਰਾਜਾ ਰਣਜੀਤ ਸਿੰਘ ਦਾ ਤੇ ਚਾਈਨੀਜ਼ ਦਾ ਇੱਕ ਸਮਝੌਤਾ ਹੋਇਆ ਸੀ ਜੀ, ਐਗਰੀਮੈਂਟ ਸਾਈਨ ਹੋਇਆ ਸੀ। ਬਲੋਚਿਸਤਾਨ ਜਿਹੜਾ ਹੈ ਉਹ ਅਜੇ ਵੀ ਸਿੱਖ ਰਾਜ ਦੇ ਨਾਂ ਤੇ ਬੋਲਦਾ ਹੈ। ਓਕੇ, ਯੈਸ, ਖਾਲਸਾ ਰਾਜ। ਉਹ ਜ਼ਮੀਨ ਸਾਡੇ ਨਾਂ ਤੇ ਬੋਲਦੀ ਹੈ, ਉਹ ਏਰੀਆ ਸਾਡੇ ਨਾਂ ਤੇ ਬੋਲਦਾ ਹੈ। ਜਦੋਂ ਇਹਨਾਂ ਨੇ ਕਿਹਾ ਕਿ ਤੁਸੀਂ ਇਹ ਕਿਉਂ ਬਣਾ ਰਹੇ ਕੋਰਾ ਕਰਵਾਈ ਹੋਏ ਸਾਡੀ ਜ਼ਮੀਨ, ਉਹ ਕਹਿੰਦਾ ਤੁਹਾਡੇ ਪਿਓ ਦੀ ਹੈ, ਤਾਂ ਖਾਲਸਾ ਰਾਜ ਦੀ ਆ ਦੇਖ ਲਓ ਸਾਡੇ ਨਾਲ ਐਗਰੀਮੈਂਟ ਹੈ। ਇਹ ਖਾਲਸਾ ਰਾਜ ਦੀ ਜ਼ਮੀਨ ਹੈ, ਤੁਹਾਡਾ ਕੋਈ ਲੈਣਾ, ਹਿੰਦੁਸਤਾਨ ਦਾ ਕੋਈ ਲੈਣਾ ਦੇਣਾ ਹੀ ਨਹੀਂ। ਤੇ ਜੇ ਖਾਲਸਾ ਰਾਜ ਵਾਲੇ ਸਾਨੂੰ ਕਹਿਣਗੇ ਤੇ ਉਹਨਾਂ ਨਾਲ ਅਸੀਂ ਨੈਗੋਸ਼ੀਏਟ ਕਰਨ ਨੂੰ ਤਿਆਰ ਹਾਂ। ਬਿਲਕੁਲ, ਤੁਹਾਡਾ ਤਾਂ ਹੈ ਹੀ ਦੇ ਨਾਲ ਅਸੀਂ ਨਹੀਂ ਕਰਦੇ। ਇੰਡੀਅਨ ਗਵਰਨਮੈਂਟ ਦੀ ਜ਼ਮੀਨ ਹੀ ਨਹੀਂ ਹੈਗੀ, ਉਹ ਅੱਜ ਵੀ ਸਾਡੇ ਨਾਂ ਤੇ ਬੋਲਦੀ ਹੈ। ਤੋ ਉਹ ਗਲਵਾਨ ਦੀ ਜਿਹੜੀ ਲੜਾਈ ਹੋਈ ਸੀ ਨਾ, ਜਿਹੜੇ ਉਹ ਗਲਵਾਨ 'ਚ ਸਕਫਲ ਹੋਈ ਸੀ ਜਿੱਥੇ ਸਾਡੇ 20 ਜਵਾਨ ਵੀ ਸ਼ਹੀਦ ਹੋਏ ਸੀ, ਉਹ ਆਪਣਾ ਪੈਂਗੋਂਗ ਲੇਕ ਦੇ ਨਾਲ ਜਿਹੜੀ ਹੋਈ ਸੀ, ਜਿਹੜੀ ਤੁਸੀਂ ਮੈਂਸ਼ਨ ਕਰ ਰਹੇ ਜੇ। ਤੇ ਉਹ ਉਦੋਂ ਤੋਂ ਜਦੋਂ ਸਾਡੀਆਂ ਪਲਟਨਾਂ ਮੂਵ ਕੀਤੀਆਂ ਸੀ, ਉਹ ਜਦੋਂ ਸਿੱਖ ਪਲਟਨ ਜਾਂਦੀ ਹੈ ਤੇ ਕੋਈ ਵੀ ਪਲਟਨ ਜਾਂਦੀ ਹੈ, ਨਾਟ ਓਨਲੀ ਸਿੱਖ, ਈਵਨ ਹਿੰਦੂ ਪਲਟਨ ਜਾਂਦੀ ਹੈ, ਮੁਸਲਮਾਨ ਪਲਟਨ ਜਾਂਦੀ ਹੈ, ਉਹ ਮੁਸਲਮਾਨ ਵੀ ਹੈਗੇ ਸਾਡੀ ਫੌਜ 'ਚ, ਗੁਰਦੁਆਰਾ ਸਾਹਿਬ, ਮੰਦਿਰ ਪਲਟਨ ਦਾ ਨਾਲ ਜਾਂਦਾ। ਓਕੇ, ਬਕਾਇਦਾ ਟਰੱਕ ਨਾਲ ਜਾਂਦਾ, ਉਹਨੂੰ ਇੱਜ਼ਤ ਮਾਨ ਨਾਲ ਜਾਇਆ ਜਾਂਦਾ ਤੇ ਉਹ ਲੜਾਈ ਦੇ ਵਿੱਚ ਵੀ ਨਾਲ ਹੁੰਦੇ ਨੇ। ਜਦੋਂ ਅਸੀਂ ਲੜਾਈ ਲੜਨ ਜਾਂਦੇ ਹਾਂ ਤੇ ਪਹਿਲਾਂ ਅਰਦਾਸ ਕੀਤੀ ਜਾਂਦੀ ਹੈ ਜੀ, ਅਰਦਾਸ ਕਰਕੇ ਗੁਰੂ ਤੋਂ ਹੁਕਮ ਲੈ ਕੇ ਲੜਾਈ 'ਚ ਲੜਦੇ ਹਾਂ, ਨਿਸ਼ਾਨ ਸਾਹਿਬ ਨਾਲ ਲੈ ਕੇ। ਤੋ ਇਸ ਕਰਕੇ ਉਹ ਜਿਹੜੇ ਝੰਡੇ ਉੱਥੇ ਲੱਗੇ ਤੇ ਜਾਂ ਜਦੋਂ ਟਰੱਕ ਸਾਡੇ ਗਏ ਤੇ ਉਹ ਤਾਂ ਓਬਵੀਅਸ ਹੈ ਪਲਟਨ ਜਾ ਰਹੀ ਤੇ ਪਲਟਨ ਦੇ ਨਾਲ ਗੁਰਦੁਆਰਾ ਸਾਹਿਬ ਵੀ ਨਾਲ ਜਾਣੇ, ਬਿਲਕੁਲ ਜਾਏਗਾ ਤੇ ਨਿਸ਼ਾਨ ਸਾਹਿਬ ਵੀ ਨਾਲ ਜਾਣਾ। ਉਹ ਨਿਸ਼ਾਨ ਸਾਹਿਬ ਜਦੋਂ ਲੇਹ 'ਚ ਲੱਗਿਆ ਤੇ ਉਹ ਸਿੱਖਾਂ ਨੇ ਲਾਉਣਾ ਹੀ ਲਾਉਣਾ ਸੀ। ਬਿਲਕੁਲ ਜੀ। ਤੋ ਇਸ ਕਰਕੇ ਉਹ ਤਾਂ ਖੈਰ ਸਾਰੀਆਂ ਪਲਟਨਾਂ 'ਚ ਹੀ ਜਾਂਦੇ ਹੈ, ਮੰਦਿਰ ਵੀ ਜਾਂਦੇ ਹੈ, ਗੁਰਦੁਆਰੇ ਵੀ ਜਾਂਦੇ ਹੈ। ਉਹਦੇ ਨਾਲ ਕੋਈ ਮਤਲਬ ਮੇਨ ਤਾਂ ਕੰਮ ਇੱਥੇ ਆ ਗਿਆ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਹਿੰਦੁਸਤਾਨ ਨੂੰ ਬਚਾਉਣਾ ਕਿਵੇਂ। ਅਸੀਂ ਮੋਸਟ ਡੇਂਜਰ ਸਾਡਾ ਅੱਜ ਦੀ ਡੇਟ ਦੇ ਵਿੱਚ ਜਿੰਨਾ ਖਤਰਾ ਸਾਨੂੰ ਅੱਜ ਹੈ, ਪਿਛਲੇ 75 ਸਾਲਾਂ 'ਚ ਕਦੀ ਨਹੀਂ ਹੋਇਆ। ਤੁਸੀਂ ਇਹ 75 ਸਾਲਾਂ 'ਚ ਕਦੀ ਨਹੀਂ ਹੋਇਆ, ਪਰ ਤੁਸੀਂ ਹੁਣੇ ਨਾਮ ਲਿਆ ਪੈਂਗੋਂਗ ਝੀਲ ਦਾ। ਇਹ ਝੀਲ ਤੁਹਾਨੂੰ ਵੀ ਪਤਾ ਹੋਵੇਗਾ ਕਿੰਨੀ ਭਾਰਤ ਦੇ ਕੋਲ ਸੀ। ਇੱਕ ਸਮਾਂ ਸੀ ਜਦੋਂ ਆਲਮੋਸਟ ਸਾਰੀ ਦੀ ਸਾਰੀ ਝੀਲ ਇਹ ਭਾਰਤ ਦੇ ਹਦੂਦ ਦੇ ਅੰਦਰ ਆਉਂਦੀ ਸੀ, ਤੇ ਅੱਜ ਅਗਰ ਮੈਂ ਗਲਤ ਨਹੀਂ ਹੈ ਤਾਂ 4 ਤੋਂ 5 ਕਿਲੋਮੀਟਰ ਦਾ ਸਿਰਫ ਏਰੀਆ ਬਚਿਆ ਜਿਹੜਾ ਭਾਰਤ ਦੇ ਅੰਦਰ ਆਉਂਦਾ ਇਸ ਝੀਲ ਦਾ, ਸ਼ਾਇਦ ਨਹੀਂ ਉਹਨਾਂ ਵੀ ਜਾਂ ਨਹੀਂ ਪਹਿਲਾਂ ਇਹ ਝੀਲ ਤੇ ਚਾਈਨਾ ਉਦੋਂ ਸੀਗਾ ਹੀ ਨਹੀਂ, ਚਾਈਨਾ ਦਾ ਆਇਆ ਹੀ ਬਾਅਦ 'ਚ ਹੈ। ਤਾਂ ਨੈਚੁਰਲੀ ਅਸੀਂ ਬੈਠੇ ਤੇ ਝੀਲ ਸਾਡੀ ਸੀ।
ਅੱਜ ਦੀ ਡੇਟ 'ਚ 50% ਜਿਹੜੀ ਹੈ ਉਹ ਕਾਬਜ਼ ਹੈਗੇ ਹੈ ਚਾਈਨੀਜ਼, 10% ਜਿਹੜੀ ਡਿਸਪਿਊਟਡ ਹੈ, 40% ਸਾਡੇ ਕੋਲ ਹੈ। ਮਤਲਬ ਉਹੀ ਹੋ ਗਿਆ 60-40 ਦੇ ਰੇਸ਼ੋ ਦੇ ਨੇੜੇ ਅਸੀਂ ਕਹਿ ਦਈਏ ਤਾਂ ਉਹਦੇ ਵਿੱਚ 30% ਤਾਂ ਡਿਸਪਿਊਟਡ ਹੋ ਗਿਆ, ਹਾਂ। 10% ਸਾਡੇ ਕੋਲ ਰਹਿ ਗਿਆ, 40% ਸਾਡੇ ਕੋਲ, 10% ਡਿਸਪਿਊਟਡ, 50% ਉਹਨਾਂ ਦੇ ਕੋਲ। ਓਕੇ, ਇਹ ਅੱਜ ਦੀ ਪੋਜੀਸ਼ਨ 'ਚ ਹੈ। ਤੇ ਅਗਰ ਉਸ ਝੀਲ ਦੀ ਮਹੱਤਤਾ ਦੀ ਗੱਲ ਕੀਤੀ ਜਾਵੇ, ਅਗਰ ਭਾਰਤ ਆਪਣੀ ਘੇਰਾਬੰਦੀ ਉਸ ਝੀਲ ਤੇ 47 ਤੋਂ ਬਾਅਦ ਜਦੋਂ ਅਸੀਂ ਜਿੱਤਿਆ ਉੱਦਾਂ ਹੀ ਰੱਖਦਾ ਜਿੱਦਾਂ ਸਾਡੀ ਬਾਰਡਰ ਲਾਈਨ ਸੀਗੀਆਂ, ਤਾਂ ਉਹਦਾ ਅੱਜ ਦੀ ਡੇਟ 'ਚ ਸਾਨੂੰ ਕੀ, ਭਾਰਤ ਨੂੰ ਕੀ ਫਾਇਦਾ ਹੁੰਦਾ? ਉਹਦਾ ਦੇਖੋ, ਇੱਕ ਤਾਂ ਉਹ ਝੀਲ ਜਿਹੜੀ ਹੈ ਉਹ ਸਰਦੀਆਂ 'ਚ ਜੰਮ ਜਾਂਦੀ ਹੈ। ਇਟ ਕੁਡ ਬੀ ਅ ਵੈਰੀ ਗੁੱਡ ਟੂਰਿਸਟ ਸਪੌਟ। ਸਾਰੀ ਵਰਲਡ ਦਾ ਟੂਰਿਸਟ ਜਿਹੜਾ ਹੁਣ ਵੀ ਜਾਂਦੇ ਨੇ, ਪਰ ਉੱਥੇ ਫਿਰ ਕੋਈ ਚਾਈਨੀਜ਼ ਉਹ ਸਭ ਤੋਂ ਲੰਬੇ ਸਮੇਂ ਤੱਕ ਜੰਮਣ ਵਾਲੀ ਝੀਲ ਹੈ, ਸਾਲ ਦੇ ਵਿੱਚ ਸਿਰਫ 4 ਮਹੀਨੇ ਈਵਨ ਉਹਦੇ ਵਿੱਚ ਪਾਣੀ ਜਨਰਲ ਰਹਿੰਦਾ। ਜੋਰਾ ਨੇ ਜਦੋਂ ਤਿੱਬਤ ਤੇ ਕਬਜ਼ਾ ਕੀਤਾ ਜੀ, ਤੇ ਉਹ ਘੋੜਿਆਂ ਦੀ ਟ੍ਰੇਨਿੰਗ ਉਸ ਝੀਲ ਦੇ ਉੱਤੇ ਜੰਮੀ ਹੋਈ ਬਰਫ਼ ਦੇ ਉੱਤੇ ਕਰਦੇ ਸੀ। ਜੀ, ਸਿੱਖ ਆਰਮੀ ਉਹ ਝੀਲ ਤੇ ਜੰਮੀ ਹੋਈ ਝੀਲ ਤੇ ਪ੍ਰੈਕਟਿਸ ਕਰਦੀ ਹੁੰਦੀ ਸੀ ਬਿਲਕੁਲ ਘੋੜਿਆਂ ਦੀ, ਤਾਂ ਕਿ ਸਾਡੇ ਘੋੜੇ ਨੇ ਉੱਥੇ ਅੱਗੇ ਜਾ ਕੇ ਬਰਫ਼ਾਂ 'ਚ ਲੜ ਸਕਣ। ਤੋ ਉਹਦੀ ਮਹੱਤਤਾ ਇੰਨੀ ਹੈ ਕਿ ਉਹ ਦੇਖੋ ਐਡੀ ਵੱਡੀ ਟੂਰਿਸਟ ਪਲੇਸ ਹੈ, ਉਹ ਐਡੀ ਵੱਡੀ ਕਿ ਅਸੀਂ ਲੱਖਾਂ ਕਰੋੜਾਂ ਰੁਪਏ ਕਮਾ ਸਕਦੇ ਸੀ ਉੱਥੇ। ਅਸੀਂ ਹਵਾਈ ਅੱਡਾ ਬਣਾ ਸਕਦੇ ਹਾਂ, ਉੱਥੇ ਸਿੱਧੀ ਲੈਂਡਿੰਗ ਕਰਾ ਸਕਦੇ ਹਾਂ ਟੂਰਿਸਟ ਦੀ। ਅਗਰ ਅੱਜ ਦੀ ਡੇਟ 'ਚ ਵੀ ਕਰੋ ਤਾਂ ਮੇਰੇ ਖਿਆਲ ਤਾਂ 2 ਲੱਖ ਟੂਰਿਸਟ ਰੋਜ਼ ਉਤਰੇ ਉੱਥੇ। ਹੁਣ ਅਸੀਂ ਉਹ ਡਿਸਪਿਊਟਡ ਕਰਕੇ ਉੱਥੇ ਸਾਡਾ ਖਤਰਾ ਪੈਦਾ ਹੋਇਆ ਪਿਆ। ਹੁਣ ਅਸੀਂ ਪਰਮਿਟ ਦੇ ਕੇ ਜਾਂਦੇ ਹਾਂ, ਅਸੀਂ ਖੁਦ ਵੀ ਪਰਮਿਟ ਲੈ ਕੇ ਜਾਂਦੇ ਹਾਂ ਕਿ ਪਰਮਿਟ ਲਿਆ ਵੀ ਤੂੰ ਝੀਲ ਤੇ ਜਾਣਾ। ਤੇ ਉੱਥੇ ਚਾਈਨਾ ਨੇ ਪਿੱਛੇ, ਜੇ ਮੈਂ ਤੁਹਾਨੂੰ ਦੱਸਦਾ ਕਿ ਇਸ ਝੀਲ ਦੇ ਉੱਤੇ ਹੀ ਆਈਸ ਸਕੇਟਿੰਗ ਗੇਮਸ ਦਾ ਵੀ ਪ੍ਰਬੰਧ ਕੀਤਾ ਸੀ, ਤੇ ਆਈ ਥਿੰਕ 1-2 ਇਵੈਂਟਸ ਹੋਏ ਵੀ, ਤੇ ਉਸ ਤੋਂ ਬਾਅਦ ਇਹ ਇਵੈਂਟ ਰੋਕੇ ਗਏ। ਪਰ ਸੋਚਣ ਵਾਲੀ ਗੱਲ ਹੈ ਕਿ ਜੋ ਭਾਰਤ ਦੀ ਚੀਜ਼ ਸੀ ਉਸ ਦੇ ਉੱਤੇ ਚਾਈਨਾ ਨੇ ਕਿੱਦਾਂ ਕਬਜ਼ਾ ਕਰ ਲਿਆ, ਤੇ ਸਰਕਾਰ ਨੇ ਕਦੀ ਜ਼ੁਬਾਨ ਖੋਲ ਕੇ ਦੱਸਿਆ ਤੱਕ ਨਹੀਂ। ਵੀਕੇ ਸਿੰਘ ਦੀ ਰਿਟਾਇਰ ਹੋਣ ਤੋਂ ਪਹਿਲਾਂ ਦੀ ਪ੍ਰੈਸ ਕਾਨਫਰੰਸ ਤੁਹਾਨੂੰ ਯਾਦ ਹੋਏਗੀ, ਜਦੋਂ ਉਹਨਾਂ ਤੋਂ ਸਵਾਲ ਪੁੱਛੇ ਗਏ ਸੀ ਕਿ ਭਾਰਤ ਦੇ ਕੋਲ ਸਭ ਕੁਝ ਉਪਲਬਧ ਹੈ, ਭਾਰਤ ਦੀ ਆਰਮੀ ਫੋਰਸਿਸ ਸક્ષਮ ਹੈ ਨੇ, ਕਿਸੇ ਚੀਜ਼ ਦੀ ਘਾਟ ਤਾਂ ਨਹੀਂ, ਤਾਂ ਉਹਨਾਂ ਨੇ ਹਿੱਕ ਠੋਕ ਕੇ ਕਿਹਾ ਸੀ ਕਿ ਹਾਂ ਅਸੀਂ ਸਾਰੇ ਪਾਸਿਓਂ ਮਹਿਫੂਜ਼ ਹਾਂ, ਕਿਸੇ ਦੀ ਹਿੰਮਤ ਨਹੀਂ ਹੋ ਸਕਦੀ ਕੋਈ ਸਾਡੇ ਤੇ ਅਟੈਕ ਕਰਦੇ, ਸਾਡੇ ਕੋਲ ਹਰ ਚੀਜ਼ ਪੂਰੀ ਹੈ। ਪਰ ਇੱਕ ਇੰਟਰਵਿਊ ਦੇ ਵਿੱਚ ਬਹੁਤ ਜ਼ਿਆਦਾ ਬਹਿਸ ਹੁੰਦੀ ਹੈ, ਉਸ ਦੇ ਵਿੱਚ ਆਈ ਥਿੰਕ ਕੈਪਟਨ ਚੰਨਨ ਸਿੰਘ ਹੀ ਸੀ ਜਿਹੜੇ ਕਿ ਉਸ ਨਿੱਜੀ ਚੈਨਲ ਦੇ ਸ਼ੋਅ ਦੇ ਦੌਰਾਨ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾ ਦਿੰਦੇ ਨੇ ਕਿ ਭਾਰਤ ਦੀ ਆਰਮੀ ਦੇ ਕੋਲ ਆਖਿਰ ਹੈ ਕੀ। ਤੇ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਵੀਕੇ ਸਿੰਘ ਵੀ ਇੱਕ ਚਿੱਠੀ ਲਿਖਦੇ ਨੇ, ਤੇ ਰਾਸ਼ਟਰਪਤੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ ਇਹ ਚਿੱਠੀ ਲਿਖੀ ਜਾਂਦੀ ਹੈ, ਤੇ ਉਸ ਤੋਂ ਬਾਅਦ ਆਪ ਹੀ ਉਹ ਚਿੱਠੀ ਲੀਕ ਵੀ ਕਰ ਦਿੰਦੇ ਨੇ, ਤੇ ਉਸ ਦੇ ਵਿੱਚ ਸਾਰੀ ਅਸਲੀਅਤ ਲਿਖੀ ਹੋਈ ਹੁੰਦੀ ਹੈ ਕਿ ਆਖਿਰ ਭਾਰਤ ਦੀ ਆਰਮੀ ਕਿੱਥੇ ਖਲੋਤੀ ਹੈ, ਤੇ ਇਹ ਜਿਹੜੇ ਉੱਚ ਅਹੁਦਿਆਂ ਤੇ ਅਸੀਂ ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਬਿਠਾਏ ਨੇ, ਇਹ ਕਿੱਦਾਂ ਦੇਸ਼ ਨੂੰ ਘੁਣ ਵਾਂਗ ਖਾ ਰਹੇ ਨੇ। ਆਖਿਰ ਕੀ ਸੀ ਉਸ ਚਿੱਠੀ 'ਚ, ਇਹ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਤਾਂ ਕਿ ਆਵਾਮ ਤੱਕ ਇਹ ਅਸਲੀਅਤ ਜਾਵੇ ਕਿ ਇੰਡੀਅਨ ਗਵਰਨਮੈਂਟ ਤੇ ਇੰਡੀਅਨ ਆਰਮੀ ਦੇ ਵਿੱਚ ਪਾੜ ਕਿੰਨਾ ਆ। ਮੈਂ ਬਰਖਾ ਦੱਤ ਦੇ ਪ੍ਰੋਗਰਾਮ ਤੇ ਆਇਆ ਸੀ, ਮੈਂ ਕਿਹਾ 2006 ਦੀ ਗੱਲ ਹੈ, ਵੀ ਦਾ ਪੀਪਲ, ਜਾਂ 2009 ਦੀ ਗੱਲ ਹੈ, ਨਹੀਂ ਸੌਰੀ 2011-12 ਦੀ ਗੱਲ ਹੈ। ਓਕੇ, ਵੀ ਦਾ ਪੀਪਲ ਇਹ ਸਾਡਾ ਵਨ ਰੈਂਕ ਵਨ ਪੈਨਸ਼ਨ ਦਾ ਸ਼ੋਅ ਸੀ, ਜਿਹਦੇ 'ਚ ਇਹ ਡਿਫੈਂਡ ਕਰ ਰਹੇ ਸੀ ਕਿ ਵਨ ਰੈਂਕ ਵਨ ਪੈਨਸ਼ਨ ਜਿਹੜੀ ਹੈ ਟੈਨੇਬਲ ਹੀ ਹੈ ਨਹੀਂ ਹੈ, ਇਹ ਵਾਇਬਲ ਹੀ ਹੈ ਨਹੀਂ ਹੈ, ਇਹ ਅੰਗਰੇਜ਼ਾਂ ਦੇ ਜ਼ਮਾਨੇ 'ਤੇ ਸੀਗੀ, ਹੁਣ ਆਜ਼ਾਦ ਮੁਲਕ ਹੈ, ਹੁਣ ਅਸੀਂ ਤੁਹਾਨੂੰ ਕਿਵੇਂ ਦੇ ਸਕਦੇ ਹਾਂ। ਤੇ ਡਿਪਟੀ ਸੈਕਟਰੀ ਆਫ ਡਿਫੈਂਸ ਫਾਈਨੈਂਸ ਵਾਲੀ ਆਈ ਹੋਈ ਸੀ, ਤੇ ਬਾਕੀ ਇਹਨਾਂ ਦੇ ਸਰਕਾਰ ਦਾ ਜੰਤਰ ਤੰਤਰ ਸੀ। ਮੈਂ ਸੀ ਜਨਰਲ ਓਬਰਾਏ ਸੀ, ਤੇ ਜਨਰਲ ਕਾਦੀਆਂ ਸੀਗੇ ਫੌਜ ਨੂੰ। ਉੱਥੇ ਜਦੋਂ ਬਹਿਸ ਸਾਡੀ ਚੱਲੀ ਤੇ ਬੜੀਆਂ ਫੜਾਂ ਮਾਰਦੇ ਸੀ ਕਿ ਵੀ ਕੈਨ ਫਾਈਟ ਔਨ 2 ਫਰੰਟ ਵਾਰ, ਫਲਾਣਾ ਠਿੰਗੜਾ। ਤਾਂ ਮੈਨੂੰ ਨੌਲੇਜ ਸੀਗੀ, ਤੇ ਮੈਂ ਉਹਨਾਂ ਨੂੰ ਇੱਕੋ ਹੀ ਕਿਹਾ, ਮੈਂ ਕਿਹਾ ਪਹਿਲਾਂ ਤਾਂ ਉਹਨੇ ਬਰਖਾ ਦੱਤ ਨੇ ਇੰਟਰੋਡਿਊਸ ਨਹੀਂ ਕਰਾਇਆ, ਬੜਾ ਮੈਡਮ ਉੱਚੀ ਬੋਲ ਰਹੀ ਸੀ, ਦਿਸ ਇਜ਼ ਨਾਟ ਏ ਬ੍ਰਿਟਿਸ਼ ਰੂਲ, ਦਿਸ ਇਜ਼ ਏ ਡੈਮੋਕ੍ਰੈਟਿਕ ਕੰਟਰੀ, ਇਟਸ ਨਾਟ ਟੈਨੇਬਲ, ਇਟਸ ਨਾਟ ਵਾਇਬਲ, one rank one pension। मैं क्या who's this lady Barkha, you have not introduced your panelist to us। तो कहती oh I'm so sorry, she so and so। मैं क्या कौन हूँ? वो सेक्रेटरी ऑफ फाइनेंस डिफेंस, सेक्रेटरी ऑफ फाइनेंस डिफेंस, ओके, डिफेंस मिनिस्ट्री दी सेक्रेटरी ऑफ फाइनेंस थी जी। तो मैं क्या ओके वंडरफुल लेडी, मैं क्या बिकॉज पीपल लाइक यू आर सिटिंग इन मिनिस्ट्री ऑफ डिफेंस
That is why we are running 14,000 officers are shot in the Indian Army only because of you people, because you defend like this. ਹੂੰ And none of your aircraft go to China and come back. You are talking of two-front war. None of your aircraft is capable going to China, hitting it and coming back because no, it doesn't have any fuel. ਮੈਂ ਜ਼ਰੂਰ ਕਹਾਂਗਾ ਕਿ ਇਹ ਜੋ ਵੀ ਗੱਲਾਂ ਹੋਈਆਂ ਨਾ ਪੰਜਾਬੀ 'ਚ ਵੀ ਦੱਸੋ ਤਾਂ ਕਿ ਪੰਜਾਬ ਦੀ ਆਵਾਮ ਨੂੰ ਤੇ ਇੰਡੀਆ ਦੀ ਜਿਹੜੇ ਨਹੀਂ ਸਮਝਦੇ ਉਹਨਾਂ ਨੂੰ, ਕਿਉਂਕਿ ਪਹਿਲਾਂ ਵੀ ਇਹ ਗੱਲ ਤੁਸੀਂ ਕੀਤੀ ਹੈ ਤੇ ਇੰਗਲਿਸ਼ ਦੇ ਵਿੱਚ ਹੀ ਕੀਤੀ ਹੈ। ਮੈਨੂੰ ਸੌਰੀ, ਮੈਂ ਉਹ ਲੇਡੀ ਨੂੰ ਇਹ ਕਿਹਾ ਕਿ ਮੈਂ ਕਿਹਾ ਤੁਹਾਡੇ ਅੱਗੇ ਜਦੋਂ ਬੈਠੇ ਨੇ ਨਾ ਮਿਨਿਸਟਰੀ ਆਫ ਡਿਫੈਂਸ ਵਿੱਚ ਤੇ ਤਾਂ ਹੀ ਸਾਡੇ ਹਿੰਦੁਸਤਾਨ ਦੀ ਫੌਜ ਦਾ ਬੇੜਾ ਗਰਕ ਹੋਇਆ ਪਿਆ। ਮੈਂ ਕਿਹਾ ਤੁਸੀਂ ਬੜੀਆਂ ਵੱਡੀਆਂ ਗੱਪਾਂ ਮਾਰ ਰਹੀਆਂ ਨਾ ਤੂੰ ਇੱਥੇ ਬੈਠੀ ਕਿ ਅਸੀਂ 2 ਫਰੰਟਲ ਲੜਾਈ ਲੜ ਸਕਦੇ ਹਾਂ, ਅਸੀਂ ਫਲਾਣਾ ਲੜਾਈ ਲੜ ਸਕਦੇ ਹਾਂ। ਮੈਂ ਕਿਹਾ ਮੈਨੂੰ ਤੂੰ ਇੱਕ ਜਹਾਜ਼ ਦੱਸ ਦੇ ਜਿਹੜਾ ਹਿੰਦੁਸਤਾਨ ਦੇ ਕੋਲ ਹੈਗਾ ਜਿਹੜਾ ਚਾਈਨਾ 'ਚ ਬੰਬਿੰਗ ਕਰਕੇ ਵਾਪਸ ਆ ਸਕਦਾ। ਇੱਕ ਵੀ ਨਹੀਂ ਹੈਗਾ ਤੇ ਤੂੰ 2 ਫਰੰਟ ਦੀ ਵਾਰ ਦੀ ਗੱਲ ਕਰਦੀ ਹੈ। 70 ਸਾਲ ਤੇਰੇ ਪੁਰਾਣੇ ਜਹਾਜ਼ ਨੇ। ਬੋਫਰ ਦੀਆਂ ਤੋਪਾਂ ਤੁਸੀਂ 1984 'ਚ ਲਈਆਂ ਕਿ ਕਦੋਂ ਲਈਆਂ, ਉਸ ਤੋਂ ਬਾਅਦ ਤੁਸੀਂ ਉਹਨਾਂ ਦਾ ਨਟ ਬੋਲਟ ਨਹੀਂ ਖਰੀਦਿਆ। ਇੱਕ ਵੀ ਤੁਸੀਂ ਫਾਈਟਰ ਜੈਟ ਨਹੀਂ ਖਰੀਦਿਆ। ਇੱਕ ਵੀ ਤੁਸੀਂ ਟੈਂਕ ਨਹੀਂ ਖਰੀਦਿਆ। 70 ਸਾਲ ਦੇ ਟੈਂਕ ਹੱਥ ਫੜਾਏ ਜੇ ਸਟਾਰਟ ਕਰਦੇ ਤੇ ਧੂਆਂ ਮਾਰਦੇ ਨੇ ਕਿਲੋਮੀਟਰ ਦੂਰ। ਬਿਲਕੁਲ ਜੀ। ਤੇ ਤੁਸੀਂ ਮੈਂ 2 ਫਰੰਟ ਵਾਰ ਦੀ ਕਰੀ ਜਾਂਦੇ। 14,000 ਤੇਰਾ ਅਫਸਰ ਸ਼ਾਰਟ ਹੈ। ਕੋਈ ਅਫਸਰ ਜੁਆਇਨ ਕਰਨਾ ਨਹੀਂ ਚਾਹੁੰਦਾ ਕਿਉਂਕਿ ਜੁਆਇਨ ਕਰਦਾ ਤੇ ਧੱਕੇ ਮਾਰ ਕੇ ਬਾਹਰ ਸੁੱਟਦੇ ਜੇ। ਮੈਂ ਕਿਹਾ ਮੇਰਾ ਪੀਪੀਓ ਦੇਖਿਆ 22 ਸਾਲ ਦੀ ਉਮਰ 'ਚ ਮੈਂ ਜ਼ਿੰਦਗੀ 'ਚ ਆਪਦਾ ਸਭ ਕੁਝ ਗਵਾਇਆ। ਲੱਤ ਗਵਾਈ, ਬਾਂਹ ਗਵਾਈ, ਜੇ ਫੀਮਰ ਫ੍ਰੈਕਚਰ, ਜੌ ਫ੍ਰੈਕਚਰ, ਮਲਟੀਪਲ ਹੈਡ ਇੰਜਰੀਜ਼, ਕੋਈ ਮੇਰੀ ਹੱਡੀ ਨਹੀਂ ਬਚੀ। ਤੇ ਤੂੰ ਮੈਨੂੰ 230 ਰੁਪਏ ਆ ਪੀਪੀਓ, ਮੈਂ ਕਿਹਾ ਮੇਰਾ ਪੇਮੈਂਟ ਆਰਡਰ ਆ ਤੇਰਾ ਇਸ਼ੂ ਕੀਤਾ ਹੋਇਆ 230 ਰੁਪਏ ਪੈਨਸ਼ਨ ਕਲਾਸ 1 ਅਫਸਰ ਨੂੰ, ਉਹ ਵੀ ਪੈਰਾਸ਼ੂਟ ਰੈਜੀਮੈਂਟ ਪੈਰਾ ਕਮਾਂਡੋ ਨੂੰ, ਉਹ ਵੀ ਹਾਈਐਸਟ ਕੁਆਲੀਫਾਈਡ ਅਫਸਰ ਆਫ ਦਾ ਇੰਡੀਅਨ ਆਰਮੀ ਨੂੰ। ਮੈਂ 5 ਕੋਰਸਿਸ ਕੁਆਲੀਫਾਈਡ ਸੀਗਾ 2 ਸਾਲ 3 ਮਹੀਨਿਆਂ 'ਚ। ਹਾਈਐਸਟ ਕੁਆਲੀਫਾਈਡ ਹਿੰਦੁਸਤਾਨ ਦੇ ਅਫਸਰ ਰੈਂਕ 'ਚ, ਮੇਰੇ ਰੈਂਕ 'ਚ। ਤੇ ਮੈਂ ਕਿਹਾ ਤੂੰ ਮੈਨੂੰ ਚੁੱਕ ਕੇ ਬਾਹਰ ਮਾਰਿਆ ਤੇ ਮੈਂ ਬੱਚੇ ਨਹੀਂ ਪੜ੍ਹਾ ਸਕਿਆ 2 ਸਾਲ, ਮੈਂ ਫੀਸਾਂ ਨਹੀਂ ਦੇ ਸਕਿਆ, ਮੈਂ ਗਰਾਜ 'ਚ ਰਹਿਣਾ ਤੇ ਯੂ ਆਰ ਟਾਕਿੰਗ ਆਫ ਆਲ ਦਿਸ। ਮੈਂ ਕਿਹਾ ਤੁਸੀਂ ਬੇੜਾ ਗਰ ਕੀਤਾ ਹੈ ਹਿੰਦੁਸਤਾਨ ਦੀ ਫੌਜ ਦਾ, ਤੁਸੀਂ ਬੇੜਾ ਗਰ ਕੀਤਾ। ਤੁਹਾਨੂੰ ਪਤਾ ਲੱਗੂਗਾ ਕਿਤੇ ਟਾਈਮ ਆਇਆ ਤੇ ਹੁਣ ਉਹ ਟਾਈਮ ਆ ਗਿਆ। ਇੱਕ ਮੈਂ ਬੜੀ ਇੰਪੋਰਟੈਂਸ ਤੁਹਾਨੂੰ ਮੈਂ ਗੱਲ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਬੋਲਦੇ ਹਾਂ ਨਾ ਜੀ, ਕੋਈ ਸਰਵਿੰਗ ਅਫਸਰ ਜਾਂ ਕੋਈ ਜਵਾਨ ਜਦੋਂ ਇਹਨਾਂ ਦੀ ਕਰਪਸ਼ਨ ਤੇ ਬੋਲਦਾ ਇਹਨਾਂ ਨੂੰ ਉਹਨੂੰ ਡਿਸਮਿਸ ਕਰਕੇ ਘਰ ਭੇਜ ਦਿੰਦੇ ਨੇ। ਹਾਂਜੀ, ਬਹੁਤ ਵਾਰ ਇਹ ਚੀਜ਼ਾਂ ਇੱਕ ਜਵਾਨ ਨੇ ਯਾਰ ਤੁਹਾਨੂੰ ਰੋਟੀ ਦਿਖਾਈ ਸੀ ਕਿ ਆਹ ਰੋਟੀ ਮੈਂ ਉਹੀ ਗੱਲ ਕਰਨ ਲੱਗਿਆ ਸੀ ਕਿ ਆਹ ਗੰਦੀ ਜੀ ਦਾਲ ਤੇ ਇਹ ਸਾਨੂੰ ਦੇ ਰਹੇ ਜੇ, ਦਿਨ ਰਾਤ ਸਾਨੂੰ ਇੱਥੇ ਲੜਾ ਰਹੇ ਜੇ, ਤੇ ਉਹਨਾਂ ਨੂੰ ਕੋਰਟ ਮਾਰਸ਼ਲ ਕਰਕੇ ਘਰ ਭੇਜ ਦਿੱਤਾ ਗਿਆ। ਬਿਲਕੁਲ, ਮੈਂ ਇਹ ਸੰਗਤ ਨੂੰ ਯਾਦ ਕਰਾਉਂਗਾ ਕਿ 1.5 ਸਾਲ ਪਹਿਲਾਂ ਦੀ 2 ਸਾਲ ਪਹਿਲਾਂ ਦੀ ਗੱਲ ਹੈ। ਔਰ ਮੈਂ ਤੁਹਾਨੂੰ ਦੱਸਦਾ ਮੈਂ ਇੰਚਾਰਜ ਰਿਹਾ ਸਾਇਬੇਰੀਆ 'ਚ, ਸਟਾਫ ਕੈਪਟਨ ਰਿਹਾ ਕੌਮ ਜ਼ੋਨ ਸਾਇਬੇਰੀਆ ਪਠਾਨਕੋਟ ਦੇ ਵਿੱਚ। ਤੇ ਉਦੋਂ ਰੇਲ ਹੈੱਡ ਪਠਾਨਕੋਟ ਸੀ, ਜੰਮੂ ਨਹੀਂ ਸੀ। ਅਸੀਂ 4-5 ਲੱਖ ਟਰੂਪਸ ਨੂੰ ਰੋਜ਼ ਫੀਡ ਕਰਦੇ ਸੀ ਰਾਸ਼ਨ। ਓਕੇ। ਤੇ 50% ਖਾ ਜਾਂਦੇ ਸੀ ਉੱਥੇ ਹੀ, 50% ਜਵਾਨਾਂ ਨੂੰ ਜਾਂਦਾ ਸੀ। ਔਰ ਕਈ ਅਫਸਰਾਂ ਦੇ ਕੋਰਟ ਮਾਰਸ਼ਲ ਕਰਾਏ ਉੱਥੇ। ਆਈ ਰੋਟ ਏ ਡੀਓ ਟੂ ਜਨਰਲ ਭਗਤ ਕਿ ਸਭ ਕੁਝ ਇੱਥੇ ਵਿਕ ਜਾਂਦਾ, ਜਵਾਨਾਂ ਨੂੰ ਤਾਂ ਜਾਂਦਾ ਹੀ ਕੱਖ ਨਹੀਂ। ਜਵਾਨ ਕੀ ਖਾਂਦੇ ਨੇ? ਜਵਾਨ ਕਿੱਦਾਂ? ਜਵਾਨ ਵਿਚਾਰੇ ਕੀ ਖਾਂਦੇ ਨੇ? ਜਵਾਨ ਬੋਲ ਨਹੀਂ ਸਕਦੇ। ਰਾਸ਼ਨ ਤਾਂ ਉੱਥੇ ਵਿਕ ਜਾਂਦਾ ਸੀ। ਇਹਦਾ ਮਤਲਬ ਸਰਕਾਰੀ ਨੌਕਰੀ ਦੇ ਨਾਮ ਦੇ ਉੱਤੇ ਉਹ ਬੰਦਵਾ ਮਜ਼ਦੂਰੀ ਕਰਨ ਜਿਹਨਾਂ ਨੂੰ ਢਿੱਡ ਪਰ ਖਾਣਾ ਵੀ ਨਹੀਂ ਮਿਲਦਾ। ਬਿਲਕੁਲ ਬਿਲਕੁਲ ਬਿਲਕੁਲ। ਫਿਰ ਤਾਂ ਜਿਹੜੀ ਸਬਜ਼ੀ ਖਰੀਦ ਕੇ ਜਾਂਦੀ ਹੈ ਨਾ, ਮੈਂ ਦੇਖਿਆ ਘੀਆ ਭੇਜ ਰਹੇ ਨੇ ਜਹਾਜ਼ਾਂ 'ਚ। ਇੱਡਾ ਜਹਾਜ਼ ਜਾ ਰਿਹਾ ਤੇਲ ਫੂਕ ਕੇ ਤੇ ਉਹ ਘੀਏ ਨੂੰ ਮਾਰੋ ਸੜਕ ਦੇ ਤੇ ਪੱਕਿਆ ਘੀਆ ਤਾਂ ਪੱਕਣ ਦੇ ਕਾਬਲ ਹੀ ਨਹੀਂ ਹੈਗਾ। ਇੰਨੀ ਤੁਸੀਂ ਗੰਦੀ ਸਬਜ਼ੀ ਖਰੀਦ ਕੇ ਭੇਜਦੇ ਜੇ। This what happened in front of me. I saw it, I reported it, I got it caught, I got them court martialed. तो ਇੰਨੀ ਬੁਰੀ ਹਾਲਤ ਹੈ, ਇੰਨੀ ਕਰਪਸ਼ਨ ਹੈ ਕਿ ਘੱਟੋ ਘੱਟ ਤੁਸੀਂ ਉਹਨਾਂ ਦਾ ਰਾਸ਼ਨ ਤਾਂ ਉਹਨਾਂ ਨੂੰ ਦਿਓ। ਮੈਂ ਦੇਖਿਆ ਕਿ ਜਿਹੜਾ ਮੀਟ ਜਾਂਦਾ, ਮੈਂ ਇੱਕ ਵਾਰੀ ਆਪਣੀ ਪਲਟਨ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਮੈਂ ਆਪਣੀ ਪਲਟਨ 'ਚ ਮੈਂ ਡਿਊਟੀ ਅਫਸਰ ਸੀ ਤੇ ਮੈਂ ਡਿਊਟੀ ਅਫਸਰ ਦਾ ਹੁੰਦਾ ਵੀ ਜਵਾਨਾਂ ਨਾਲ ਜਾ ਕੇ ਨਾ ਕਦੀ ਉਹਨਾਂ ਨੇ ਟੇਬਲ ਤੇ ਬਹਿ ਕੇ ਖਾਣਾ ਖਾਓ, ਰਾਤ ਨੂੰ ਕੀ ਖਾ ਰਹੇ ਨੇ। ਬਿਲਕੁਲ ਚੇਅਰ ਅਪ ਕਰਨਾ ਉਹਨਾਂ ਨੂੰ, ਥੋੜਾ ਜਿਹਾ ਚੇਅਰ ਅਪ ਨਹੀਂ ਕਰਨਾ ਕਿ ਉਹਨਾਂ ਨੂੰ ਵਾਕਈ ਖਾਣਾ ਅੱਛਾ ਮਿਲ ਰਿਹਾ ਕਿ ਨਹੀਂ ਮਿਲ ਰਿਹਾ। ਓਕੇ, ਯੂ ਮਸਟ ਨੋ ਵਾਟ ਦੇ ਆਰ ਈਟਿੰਗ। ਤੇ ਮੈਂ ਉਹਨਾਂ ਨਾਲ ਚਲਾ ਗਿਆ, ਮੈਂ ਕਿਹਾ ਲਿਆਓ ਯਾਰ ਰੋਟੀ, ਮੈਂ ਤੁਹਾਡੇ ਨਾਲ ਬਹਿ ਕੇ ਖਾਣੀ ਹੈ। ਤਾਂ ਜਦੋਂ ਮੀਟ ਆਇਆ ਤੇ ਹੱਡੀਆਂ ਹੀ ਹੱਡੀਆਂ। ਮੈਂ ਕਿਹਾ ਉਹ ਇਹ ਕੀ ਹੈ?
ਲਾਅ ਹੈ ਕਿ 70% ਗੋਲ ਮੀਟ ਚਾਹੀਦਾ, 30% ਹੱਡੀ ਹੈ ਜਿਹੜਾ ਅਸੀਂ ਬੁਚਰੀ ਤੋਂ ਲੈਣਾ ਹੈ। मैं कहे तो 70% हड्डियाँ तो बाकी मीट कितने है? कहता जी गोल मीट अफसरों के घर में, सूबेदार साहब के घर में, हौलदार के घर में। हड्डियाँ चूसन नूं जवान तो मैं उत्थे रगड़ के सुट्टा। मैं कि अगे तो मेरे सामने कहता जी वो अगले दिन मैंने वो कमांडिंग अफसर ने बुला लिया। मैं उन्होंने कहता सूबेदार कोई मीट नहीं जाएगा। सूबेदार को मीट 200 ग्राम अलाउड है तो सूबेदार किलो क्यों लै जाता सारे परिवार वास्ते इथों? बिल्कुल उन्होंने कहा 5 दिन एक बार ले लिया करे। 200 ग्राम 4 दिन मिलता है तो 800 ग्राम ना तो हफ्ते बाद ले लिया करे। ये थोड़ी कि किलो किलो इन्हों के घर चला जाए। तो दिस इज व्हाट वाज एग्रीन कहता डोंट बॉदर। मेजर कहता यार मत शोर कर यार, ये सारी उम्र से चलता आ रहा है शोषण। तो जवानों तुम देंदे ही नहीं। अरे हुण तुहानूं टाइम आ गया, हुण तुहानूं अच्छी डाइट दिओ आपदे जवानों नूं अगर तालिबानां नाल लड़ाना जे तां। नहीं नाल मैं ये भी कहूँगा कि जवान ਜਿਹੜੇ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਮੈਸੇਜ ਦਿਓ ਵੀ अब आप अपनी आवाज़ बुलंद करनी ਉਹ ਨਹੀਂ ਕਰ ਸਕਦੇ ਬੁਲੰਦ। ਉਹਨਾਂ ਨੂੰ ਤਾਂ ਉਸੇ ਦੇ ਸ਼ਾਇਦ ਤੁਸੀਂ ਅਗਰ ਇੰਡੀਆ ਐਗਜ਼ਾਮਪਲ ਕੋਰਟ ਮਾਰਸ਼ਲ ਕਰਕੇ ਡਿਸਮਿਸ ਕਰਕੇ ਘਰ ਭੇਜ ਦੇਣਗੇ। ਇਹ ਤਾਂ ਅਫਸਰ ਹੀ ਕਰ ਸਕਦੇ ਨੇ। ਅਫਸਰਾਂ 'ਚ ਹਿੰਮਤ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਹੈ। ਚਲੋ ਉਹ ਦੇਖਦੇ ਹਾਂ ਕਿਉਂਕਿ ਅਪੀਲ ਇਹਨਾਂ ਨੇ ਕੀਤੀ ਹੈ ਤੇ ਅਸੀਂ ਵੀ ਬੇਨਤੀ ਇਹੀ ਕਰਾਂਗੇ। ਵੈਸੇ ਜਾਗਦੀਆਂ ਜ਼ਮੀਰਾਂ ਵਾਲੇ ਜਿਹੜੇ ਨੇ ਹਰ ਥਾਂ ਦੇ ਉੱਤੇ ਅੱਜ ਕੱਲ੍ਹ ਬਹੁਤ ਘੱਟ ਨਜ਼ਰ ਆਉਂਦੇ ਨੇ, ਪਰ ਜੇਕਰ ਆਰਮੀ ਦੇ ਵਿੱਚ ਵੀ ਜਿਹੜੇ ਆਫਿਸਰਸ ਚਾਹੇ ਕਿਸੇ ਵੀ ਧਰਮ ਤੋਂ ਕਿਸੇ ਵੀ ਤਬਕੇ ਤੋਂ ਕਿਉਂ ਨਾ ਤਾਲੁਕ ਰੱਖਦੇ ਹੁਣ, ਜੇ ਜ਼ਮੀਰ ਜਾਗਦੀ ਤੇ ਜੋ ਗੱਲਾਂ ਚੰਨਣ ਜੀ ਨੇ ਹੁਣ ਕਹੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਸੱਚਾਈ ਦੇਖਦੇ ਹੋ ਆਪਣੀ ਅੱਖਾਂ ਦੇ ਸਾਹਮਣੇ ਕਿ ਇਹ ਚੀਜ਼ ਵਾਕਈ ਹੀ ਹੁਣ ਵੀ ਵਾਪਰ ਰਹੀ ਹੈ ਤੇ ਤੁਹਾਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਕਿਉਂਕਿ ਜਿੱਥੇ ਅਸੀਂ ਸਰਕਾਰੀ ਨੌਕਰੀ ਤੇ ਜੁਟੇ ਹਾਂ ਉੱਥੇ ਅਸੀਂ ਸਭ ਤੋਂ ਵੱਡੇ ਨੌਕਰ ਉਸ ਪਰਮਾਤਮਾ ਦੇ ਹਾਂ ਤੇ ਉਸ ਪਰਮਾਤਮਾ ਦੇ ਰਾਹ ਦੇ ਵਿੱਚ ਆਉਣ ਵਾਲੀਆਂ ਅੜਚਨਾਂ ਜਿਹੜੀਆਂ ਹੈ ਨੇ, ਅਗਰ ਉਸ ਰਾਹ ਦੇ ਵਿੱਚ ਅਸੀਂ ਇੱਕ ਵੱਡਾ ਪੱਥਰ ਬਣ ਕੇ ਖੜ੍ਹਦੇ ਹਾਂ ਨਾ, ਹੱਕ ਸੱਚ ਕਿਸੇ ਦਾ ਮਾਰਦੇ ਹਾਂ, ਕਿਸੇ ਦੇ ਉੱਤੇ ਹੁੰਦੀ ਤਸ਼ੱਦਦ ਵੇਖਦੇ ਹਾਂ, ਇਹ ਵੀ ਤਸ਼ੱਦਦ ਹੈ। ਅਗਰ ਉਹ ਜਵਾਨ ਜਿਹੜੇ ਦਿਨ ਰਾਤ ਬਾਰਡਰਾਂ ਦੇ ਉੱਤੇ ਆਪਣੀ ਜਾਨ ਤਲੀ ਤੇ ਧਰ ਕੇ ਸਾਡੇ ਵਾਸਤੇ ਲੜਦੇ ਨੇ, ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਨੇ, ਬੀਬੀ ਬੱਚਿਆਂ ਤੋਂ ਦੂਰ ਰਹਿੰਦੇ ਨੇ ਤੇ ਭੁੱਖਾ ਢਿੱਡ ਉੱਥੇ ਸੌਂਦੇ ਨੇ ਸਿਰਫ ਇੱਕ ਡਰ ਤੋਂ ਕਿ ਮੈਂ ਜੇ ਸੱਚ ਬੋਲਿਆ ਕਿਤੇ ਮੇਰਾ ਕੋਰਟ ਮਾਰਸ਼ਲ ਨਾ ਹੋ ਜਾਏ, ਕਿਤੇ ਮੇਰੀ ਵਰਦੀ ਨਾ ਉਤਰ ਜੇ, ਮੈਂ ਪਿੰਡ ਜਾ ਕੇ ਕੀ ਜਵਾਬ ਦਊਂਗਾ, ਉਹਨਾਂ ਨੂੰ ਕੀ ਕਹਾਂਗਾ। ਤੇ ਹੋਰ ਤਾਂ ਹੋਰ ਬਹੁਤ ਸਾਰੇ ਅਫਸਰ ਤਾਂ ਇੰਨੇ ਕਮੀਨੇ ਹੁੰਦੇ ਨੇ ਤੇ ਜਿਹੜੇ ਕਿ ਬੜੇ ਗੰਦੇ ਐਲੀਗੇਸ਼ਨ ਲਾ ਕੇ ਜਵਾਨਾਂ ਨੂੰ ਕੱਢਦੇ ਨੇ ਜਾਂ ਕਢਵਾ ਦਿੰਦੇ ਨੇ ਜਾਂ ਉੱਥੇ ਹੀ ਜੇਲ੍ਹਾਂ ਤੱਕ ਪਹੁੰਚਾ ਦਿੰਦੇ ਨੇ। ਇਹ ਚੀਜ਼ ਆਰਮੀ ਦੇ ਵਿੱਚ ਵੀ ਬਹੁਤ ਚੱਲਦੀ ਹੈ ਕਿਉਂਕਿ ਮੇਰੇ ਆਪਣੇ ਫਾਦਰ ਨੇ 30 ਸਾਲ ਆਰਮੀ ਦੇ ਵਿੱਚ ਸਰਵਿਸ ਕੀਤੀ ਹੈ ਤਾਂ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ। ਮੇਰੀ ਮਦਰ ਨੇ 30 ਸਾਲ ਆਰਮੀ 'ਚ ਜੌਬ ਕੀਤੀ ਹੈ, ਮੈਨੂੰ ਪਤਾ ਹੈ। ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਸਾਡੇ ਵੀ ਹੁੰਦੀਆਂ ਰਹੀਆਂ ਨੇ। ਪਰ ਇਹ ਚੀਜ਼ਾਂ ਨੂੰ ਅਗਰ ਅਸੀਂ ਅੱਜ ਰੋਕਣਾ ਚਾਹੀਏ, ਹੁਣ ਤੁਸੀਂ ਸਾਫ਼ ਤੌਰ 'ਤੇ ਕਹਿ ਰਹੇ ਹੋ ਕਿ ਭਾਰਤ ਇਸ ਕਾਬਿਲ ਹੀ ਨਹੀਂ ਹੈ ਕਿ ਉਹ ਪਾਕਿਸਤਾਨ ਦੇ ਨਾਲ ਜਾਂ ਚਾਈਨਾ ਦੇ ਨਾਲ ਜਾਂ ਅਫਗਾਨਿਸਤਾਨ ਦੇ ਨਾਲ ਫਰੰਟ ਵਾਰ ਕਰ ਸਕੇ। 2 ਦਿਨ ਵੀ ਨਹੀਂ ਟਿਕ ਸਕਦਾ ਉਹ। ਫਿਰ ਵੀ ਇੰਡੀਅਨ ਗਵਰਨਮੈਂਟ ਅੱਜ ਬੜੇ ਸਕੂਨ ਦੇ ਨਾਲ ਬੈਠੀ ਹੋਈ ਹੈ। ਵੇਟ ਕਿਸ ਚੀਜ਼ ਦੀ ਕਰ ਰਹੇ ਨੇ? ਜਾਂ ਇਹਨਾਂ ਨੂੰ ਚਾਹੁੰਦਾ ਹੈ ਕਿ ਮਤਲਬ ਇਹ ਚਾਹੁੰਦੇ ਹੀ ਨੇ ਕਿ ਇੱਕ ਵਾਰ ਤਬਾਹੀ ਥੋੜ੍ਹੀ ਜਿਹੀ ਹੋ ਜਾਵੇ ਪੰਜਾਬ ਦੀ, ਕਿਉਂਕਿ ਪੰਜਾਬ ਦੇ ਲੋਕ ਅੱਜ ਕੱਲ੍ਹ ਫਿਰ ਤੋਂ ਹੱਕ ਮੰਗਣ ਵਾਸਤੇ ਬਾਰਡਰਾਂ 'ਤੇ ਬੈਠੇ ਨੇ। ਕਿਤੇ ਇਸ ਚੱਕਰ 'ਚ ਤਾਂ ਨਹੀਂ? ਇਹ ਮੇਰੇ ਆਪਣਾ ਵਿਊ ਪੁਆਇੰਟ ਹੈ। ਮੈਂ ਤੁਹਾਨੂੰ ਦੱਸਦਾ, ਜਿਹੜਾ ਤੁਸੀਂ ਵੀਕੇ ਸਿੰਘ ਦੇ ਕਹਿੰਦੇ ਸੀ ਨਾ, वीके सिंह पहला तो कहता हम 2 फ्रंट लड़ेंगे, हम ये लड़ेंगे। तो जिदन रिटायर होया तो हर चीफ चीफ ऑफ आर्मी स्टाफ नूं प्राइम मिनिस्टर नूं लिख के दस के जाना पैंदा कि अज मैं तो जा रहा जे तो आ घाटे जे पूरे करो जी। इन्हें वो चिट्ठी जी लिखी सी, इन्हें कहा सी कि साडे कोले 2 दिन का रनिंग अमनेशन है, असीं 2 दिन लड़ाई लड़ सकते हैं, तीजे दिन असीं लड़ाई नहीं लड़ सकते, निहत्थे हो जाएंगे। इन राइटिंग प्राइम मिनिस्टर नूं लिख के दे के गया ते नौकरी च बोलिया नहीं। तुसीं कहंदे अफसर बोलन ते फिर उन्होंने लीक करता चिट्ठी नूं। तो चिट्ठी भी अगर मैं गलत नहीं है रिटायरमेंट तो 2 दिन पहले लिखी गई सी। लिखनी पैंदी रिटायर तो पहला ही ना, 1 दिन पहले लिख के जाना पैंदा ना जी। एवरी चीफ ऑफ आर्मी स्टाफ हैज़ टू राइट टू द प्राइम मिनिस्टर टू इन्फॉर्म हिम कि आई एम गोइंग, दिस इज़ व्हाट इज़ लैकिंग, प्लीज़ पूरा करो। तो वो इन्हें लिखा कोई 2 दिन तो बाद साढ़े को रनिंग एमिनेशन है नहीं लड़ाई लड़ने वास्ते। फिर तू चीफ ऑफ आर्मी स्टाफ बन के क्यों बैठा रहा? तू उदों बोलिया क्यों नहीं? बिल्कुल। तो हुण देखो साडे बैठे ने सारे बड़े बड़े गप्पां मारते हैं, बड़िया बड़िया जबलियां मारते हैं, बिल्कुल नहीं दसदे कि मोदी साहब जिहड़ा 8 लाख करोड़ तुसी एक कारपोरेट नूं माफ़ कीता है ना, इन्हां तो 8 लाख करोड़ वापस लो। 1000 टैंक 2000 टैंक लैके आओ। जिहड़े माउंटेन साडे कोले जिहड़े टैंक ने वो पहाड़ी तो चढ़ नहीं सकते, 90 60 टन दे तां हैगे T90 जी।
ਤੁਹਾਨੂੰ ਸਮਾਲ ਟੈਂਕ ਚਾਹੀਦੇ ਨੇ ਜਿਹੜਾ 5-6 ਟਨ ਦਾ ਹੋਵੇ ਤੇ ਸਿੱਧਾ ਹੀ ਜਿਹੜੇ ਪਹਾੜੀ ਦੇ ਉੱਪਰ ਯੂ ਰਿਕੁਆਇਰ ਮਿਨੀਮਮ 3000 ਟੈਂਕਸ। ਮੈਂ ਪਹਿਲਾਂ ਵੀ ਕਿਹਾ ਸੀ ਅਗਰ ਚਾਈਨਾ ਤੇ ਪਾਕਿਸਤਾਨ ਨਾਲ ਲੜਨਾ ਹੈ ਤੇ ਤਾਲਿਬਾਨ ਨਾਲ ਲੜਨਾ 3-4000 ਸਾਨੂੰ ਟੈਂਕਸ ਚਾਹੀਦੇ ਨੇ। ਸਾਨੂੰ ਲੇਟੈਸਟ 1000 ਜਹਾਜ਼ ਚਾਹੀਦਾ ਹੈ, ਭਾਵੇਂ ਪੁਰਾਣੇ ਹੀ ਲਿਆਓ ਤੇ ਪੁਰਾਣੇ ਲੈਣੇ ਸ਼ੁਰੂ ਕਰ ਦਿੱਤੇ ਜੇ ਇਹਨਾਂ ਨੇ। ਮੈਂ ਵਧਾਈ ਦਿੰਦਾ ਸਰਕਾਰ ਨੂੰ, ਮਰਾਜਸ 24 ਅੱਜ ਪੁਰਾਣੇ ਖਰੀਦੇ, ਅੱਜ ਦੀ ਡੇਟ ਹੈ ਕਿ ਸ਼ੁਕਰ ਹੈ ਦੇ ਆਰ ਹੈਵਿੰਗ ਸਲੀਪਲੈਸ ਨਾਈਟਸ। ਹੁਣ ਇਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਅੱਛਾ, ਨੀਂਦ ਇਹਨਾਂ ਦੀ ਮਤਲਬ ਹਰਾਮ ਹੋਈ ਪਈ ਹੈ। ਹਰਾਮ ਹੋਈ ਪਈ ਹੈ, ਹਰ ਪਾਸੇ ਭੱਜੇ ਫਿਰਦੇ ਨੇ, ਜਿੱਥੋਂ ਜੋ ਮਿਲਦਾ ਲਈ ਜਾ ਰਹੇ ਨੇ। ਵੈਰੀ ਗੁੱਡ, ਅੱਛੀ ਗੱਲ ਹੈ, ਲੇਕਿਨ ਹਥਿਆਰ ਵੀ ਖਰੀਦੋ। ਨਹੀਂ ਪਰ ਹੁਣ 20% ਸਿੱਖ ਆਰਮੀ 'ਚ ਕਿੱਥੋਂ ਲੈ ਕੇ ਆਣਗੇ ਜਿਹੜੇ ਇਹ ਗਵਾ ਚੁੱਕੇ ਨੇ? ਮੈਂ ਕਿਹਾ 20% ਸਿੱਖਾਂ ਦੀ ਭਰਤੀ ਆਰਮੀ 'ਚ ਕਿੱਥੋਂ ਕਰ ਲੈਣਗੇ ਜਿਹੜੇ 2% ਆਪ ਹੀ ਕਰਤਾ। ਹੁਣ ਮੈਂ ਤਾਂ ਕਹਿੰਦਾ ਇਹਨਾਂ ਨੂੰ ਰੂਲ ਚੇਂਜ ਹੀ ਕਰਨਾ ਪਊਗਾ। ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਬਈ ਤੁਸੀਂ ਜਿਹੜੇ ਪੰਜਾਬ ਵਾਲੇ ਤੁਸੀਂ ਆਪਦੀ ਭਰਤੀ ਕਰਕੇ ਨਾ ਤੇ ਆਪਦੇ ਪੰਜਾਬ ਨੂੰ ਆਪੇ ਬਚਾ ਲਓ, ਹਥਿਆਰ ਅਸੀਂ ਤੁਹਾਨੂੰ ਦੇ ਦਿੰਦੇ ਹਾਂ। ਇਹ ਆਉਣਾ ਪੈਣਾ ਕੰਮ। ਇਹ ਕਦੀ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਅਗਰ ਪੰਜਾਬ ਦੇ ਘਰ ਘਰ 'ਚ ਹਥਿਆਰ ਹੋ ਗਏ ਤਾਂ ਫਿਰ ਕਿਤੇ ਪੰਜਾਬ ਆਪਣੀ ਬੁਨਿਆਦ ਆਪ ਹੀ ਨਾ ਬੰਨ੍ਹ ਲਵੇ। ਨਹੀਂ, ਉਹ ਐਸੀ ਗੱਲ ਕੋਈ ਨਹੀਂ ਹੈਗੀ। ਪੰਜਾਬੀ ਦੇਖੋ, ਤੁਹਾਨੂੰ ਇੱਕ ਗੱਲ ਨਹੀਂ ਪਤਾ, ਜਿੰਨਾ ਵਫਾਦਾਰ ਸਿੱਖ ਹੈ ਨਾ ਜੀ ਦੁਨੀਆ ਦੇ ਵਿੱਚ, ਇੰਨਾ ਵਫਾਦਾਰ ਇਨਸਾਨ ਨਾ ਪੈਦਾ ਹੋਇਆ ਤੇ ਨਾ ਹੋਏਗਾ, ਕਿਉਂਕਿ ਸਾਨੂੰ ਸਾਡੇ ਗੁਰੂਆਂ ਦੀ ਬਲੈਸਿੰਗ ਹੈ। ਬਿਲਕੁਲ, ਅਸੀਂ ਜੋ ਮਰਜ਼ੀ ਬੋਲੀਏ, ਅਸੀਂ ਜੋ ਮਰਜ਼ੀ ਬੋਲੀਏ, ਜੋ ਮਰਜ਼ੀ ਬਕਵਾਸ ਕਰੀਏ, ਪਰ ਜਿੱਥੋਂ ਆਉਂਦਾ ਨਾ ਸਾਡੇ ਮੁਲਕ ਦਾ ਸਵਾਲ, ਅਸੀਂ ਛਾਤੀਆਂ ਢਾਹ ਕੇ ਖੜੇ ਹੋ ਜਾਂਦੇ ਹਾਂ। ਬਿਲਕੁਲ, ਹਿੱਲਣ ਨਹੀਂ ਦਿੰਦੇ। ਬੈਨਟ ਟੂ ਬੈਨਟ ਡਾਂਗਾਂ ਸੋਟਿਆਂ ਨਾਲ ਵੀ ਲੜੇ ਹਾਂ ਅਸੀਂ 71 ਦੀ ਲੜਾਈ 'ਚ। ਚਰਨ ਜੀ ਬਿਲਕੁਲ ਐਗਰੀ ਹਾਂ ਤੁਹਾਡੇ ਨਾਲ, ਪਰ ਲੇਕਿਨ ਅਗਰ ਇਹ ਸਾਨੂੰ ਗਦਾਰ ਕਹਿਣ ਨੂੰ ਹਟਦੇ ਨਹੀਂ। ਮੈਂ ਉਹੀ ਕਹਿ ਰਿਹਾ ਨਾ, ਇਹ ਵਫਾਦਾਰੀ, ਇਹ ਜਜ਼ਬਾ, ਇਹ ਜਨੂਨ ਉਸ ਇਨਸਾਨ ਵਾਸਤੇ ਹੋ ਸਕਦਾ ਹੈ, ਉਸ ਹੁਕਮਰਾਨ ਵਾਸਤੇ ਹੋ ਸਕਦਾ ਹੈ ਜੋ ਆਪਣੀ ਆਵਾਮ ਤੇ ਵੀ ਜਾਨ ਛਿੜਕਦਾ ਹੋਵੇ, ਜਿੱਦਾਂ ਮਹਾਰਾਜਾ ਰਣਜੀਤ ਸਿੰਘ ਸੀ। ਪਰ ਜਾਂ ਅਸੀਂ ਅਗਰ 20ਵੀਂ ਸਦੀ ਦੇ ਮਹਾਨ ਨਾਇਕ ਕਹੀਏ ਤਾਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਵੀ ਨਾਮ ਲੈ ਸਕਦੇ ਹਾਂ। ਇੱਦਾਂ ਦਾ ਕੋਈ ਹੁਕਮਰਾਨ ਹੋਵੇ ਤਾਂ ਬੰਦਾ ਵੈਸੇ ਹੀ ਜਾਨ ਤਲੀ ਦੇ ਧਰ ਕੇ ਚੱਲ ਜਾਏ। ਉਹਨਾਂ ਨੂੰ ਪਤਾ ਕਿ ਸਾਡਾ ਹੁਕਮਰਾਨ ਕਦੇ ਵੀ ਸੈਲਫਿਸ਼ ਨਹੀਂ ਹੋ ਸਕਦਾ, ਉਹ ਮਤਲਬ ਹੀ ਨਹੀਂ ਹੋ ਸਕਦਾ, ਉਹਦਾ ਆਪਣਾ ਕਦੇ ਨਿੱਜ ਨਹੀਂ ਹੋ ਸਕਦਾ। ਅਸੀਂ ਉਹ 'ਤੇ ਭਰੋਸਾ ਕਰਕੇ ਅੱਖਾਂ ਬੰਨ੍ਹ ਕਰਕੇ, ਅਗਰ ਉਹ ਕਹਿੰਦੇ ਨੇ ਕਿ ਤਲਵਾਰ ਦੀ ਧਾਰ ਦੇ ਉੱਤੇ ਵੀ ਤੁਰਨ ਨੂੰ ਕਹਿ ਦੇਗਾ ਤੇ ਤੁਰ ਪਾਂਗੇ। ਪਰ ਜੇ ਇਸ ਮੁਲਕ ਦੇ ਹੁਕਮਰਾਨ ਹੀ ਐਡੇ ਗੱਦਾਰ ਹੋਣ, ਜਿਹੜੇ ਜਾਣ ਬੁੱਝ ਕੇ ਡਾਰਾਂ ਬਣਾ ਕੇ ਫੌਜੀਆਂ ਦੀਆਂ ਸਰਹੱਦਾਂ ਤੇ ਖੜਾ ਕਰਦੇ ਹੋਣ, ਜਿਹਨਾਂ ਨੂੰ ਪਤਾ ਹੋਵੇ ਕਿ ਨਹੀਂ ਬਚਣੇ, ਜਾਣ ਕੇ ਮਰਵਾਉਂਦੇ ਹੋਣ। J&K ਦੇ ਵਿੱਚ ਜੋ ਕੁਝ ਹੋਇਆ ਸੀ ਪਿੱਛੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਬਲਾਸਟ ਹੋਇਆ ਸੀਗਾ ਉਹ ਪਾਕਿਸਤਾਨ ਦੀ ਪਹਿਲਾਂ ਜ਼ਿੰਮੇਵਾਰੀ ਲਗਾਈ, ਧਮਾਕਾ ਕਿਹਨੇ ਕੀਤਾ, ਬਾਅਦ ਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਉੱਤੇ ਆਪਣੇ ਇਲਜ਼ਾਮ ਲੱਗੇ ਕਿ ਇਹਨਾਂ ਦੇ ਬੰਦਿਆਂ ਨੇ ਮਿਲ ਕੇ ਕਰਵਾਇਆ। ਜੋ ਕੁਝ ਵੀ ਵਾਪਰਿਆ ਉੱਥੇ ਕਿੰਨੇ ਜਵਾਨ ਉਦੋਂ ਸ਼ਹੀਦ ਹੋਏ। ਹੁਣ ਜਦ ਸਾਡਾ ਆਪਣਾ ਭਾਂਡਾ ਹੀ ਖੋਟਾ ਆ ਤਾਂ ਉੱਤੇ ਭਰੋਸਾ ਕੌਣ ਕਰੂ? ਹੁਣ 20 ਚੀਜ਼ਾਂ ਤੁਸੀਂ ਦੱਸ ਚੁੱਕੇ ਹੋ, ਇੰਡੀਅਨ ਗਵਰਨਮੈਂਟ ਦੀਆਂ, ਇੰਡੀਅਨ ਆਰਮੀ ਦੀਆਂ, ਈਵਨ ਕਿ ਜਨਰਲਸ ਤੱਕ ਦੀਆਂ। VK ਸਿੰਘ ਦੀ ਵੀ ਅਸਲੀਅਤ ਸਾਹਮਣੇ ਹੈਗੀ ਹੈ, ਸਾਰੀ ਦੁਨੀਆ ਜਾਣਦੀ ਹੈ। ਪਰ ਕਿਸ ਤੇ ਭਰੋਸੇ ਤੇ ਜਾਈਏ? ਆਪਣਾ ਮੁਲਕ ਹਰ ਕੋਈ ਬਚਾਉਣਾ ਚਾਹੁੰਦਾ ਹੈ, ਪਰ ਅਜਿਹੇ ਲੋਕਾਂ ਤੇ ਭਰੋਸਾ ਕਰਕੇ ਕੋਈ ਵੀ ਜਵਾਨ ਜਾਂ ਕੋਈ ਵੀ ਜਾਗਦੀ ਜ਼ਮੀਰ ਵਾਲਾ ਅੱਗੇ ਕਿਉਂ ਜਾਊਗਾ ਜਿਹਨੂੰ ਪਤਾ ਵੀ ਅਸੀਂ ਤਾਂ ਜਿੱਤ ਕੇ ਵੀ ਆ ਜਾਵਾਂਗੇ ਵਾਪਸ? ਇਹਨਾਂ ਨੇ ਫੇਰ ਸਾਨੂੰ ਮਰਵਾ ਦੇਣਾ, ਅੱਤਵਾਦੀ ਕਹਿ ਕੇ ਜਾਂ ਵੱਖਵਾਦੀ ਕਹਿ ਕੇ ਸਾਨੂੰ ਵਰਤਦੇ ਨੇ। ਅੱਜ ਹਰ ਸੋਸ਼ਲ ਮੀਡੀਆ ਤੇ ਇਹੀ ਗੱਲਾਂ ਹੋ ਰਹੀਆਂ ਨੇ ਕਿ ਆ ਗਈ ਸਿੱਖਾਂ ਦੀ ਯਾਦ, ਜਦੋਂ ਭੀੜ ਪੈਣ ਲੱਗੀ ਉਦੋਂ ਸਾਨੂੰ ਅੱਤਵਾਦੀ ਕਹਿ ਕੇ ਮਾਰਿਆ, ਤੇ ਹੁਣ ਜਰਨੈਲ ਨੇ ਸਿੱਖ ਬਾਰਡਰ ਤੇ ਅਗਰ ਲੜਾਈ ਲੜਨੀ ਹੈ ਤਾਂ ਸਿੱਖ ਰੈਜੀਮੈਂਟ ਭੇਜੋ, ਸਿੱਖਾਂ ਤੋਂ ਹੀ ਡਰਦੇ ਨੇ। ਅਫਗਾਨਿਸਤਾਨ ਦੇ ਵਿੱਚ ਅਗਰ ਤਾਲਿਬਾਨੀ ਹੈਗੇ ਨੇ ਤਾਂ ਤਾਲਿਬਾਨੀਆਂ ਨੇ ਵੀ ਇਹ ਗੱਲ ਕਹਿਤੀ ਕਿ ਸਿੱਖਾਂ ਨੂੰ ਹਟਾ ਦਿਓ ਤਾਂ ਅਸੀਂ ਆਨੇ ਆ, ਪੰਜਾਬੀਆਂ ਨੂੰ ਹਟਾ ਦਿਓ ਤਾਂ ਅਸੀਂ ਆਨੇ ਆ। ਮਤਲਬ ਮਰਨ ਵਾਸਤੇ, ਸ਼ਹਾਦਤਾਂ ਦੇਣ ਵਾਸਤੇ ਮਨਾ ਨਹੀਂ ਕਰਦਾ ਸਿੱਖ, ਪਰ ਦੇਖੀ ਮੱਖੀ ਨਹੀਂ ਨਿਗਲੀ ਜਾਂਦੀ ਕਿ ਇਹ ਸਿਰਫ ਤੇ ਸਿਰਫ ਸਿੱਖਾਂ ਨੂੰ ਮਰਵਾਉਣ ਵਾਸਤੇ ਅੱਗੇ ਕਰ ਸਕਦੇ ਨੇ, ਥਾਪੜਾ ਦੇ ਕੇ ਕਿ ਹਾਂ ਬਹੁਤ ਵਧੀਆ, ਜਾਓ ਉੱਥੇ ਮਰੋ, ਉੱਥੇ ਸ਼ਹਾਦਤਾਂ ਦਿਓ, ਸਾਨੂੰ ਬਚਾਓ, ਪਰ ਅਸੀਂ ਤੁਹਾਨੂੰ ਕੁਝ ਨਹੀਂ ਦੇ ਸਕਦੇ। ਫਿਰ ਵੀ ਤੁਸੀਂ ਕਹੋਗੇ ਕਿ ਜਾਣਾ ਚਾਹੀਦਾ। ਦੇਖੋ, ਤੁਸੀਂ ਕੋਵਿਡ ਦੇ ਟਾਈਮ ਤੇ ਦੇਖਿਆ, ਉਹ ਸਾਡੇ ਗੁਰਾਂ ਦਾ ਫਲਸਫਾ ਹੈ, ਸੇਵਾ ਕਰਨਾ ਉਹਨੂੰ ਛੱਡ ਦਿਓ। ਸਭ ਤੋਂ ਵੱਧ ਸੇਵਾ ਸਿੱਖਾਂ ਨੇ ਕੀਤੀ, ਦੁਨੀਆ ਜਾਣਦੀ ਹੈ ਨਾ। ਬਿਲਕੁਲ ਜੀ, ਉਹ ਸੇਵਾ ਬੰਦ ਨਹੀਂ ਹੋ ਸਕਦੀ। ਸਾਰੀ ਦੁਨੀਆ 'ਚ ਤਾਂਗ ਜਮਾਤ ਹੀ ਨਾ। ਬਿਲਕੁਲ, ਇਹੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਫਲਸਫਾ ਦੇ ਕੇ ਗਏ ਨੇ ਕਿ ਜੇ ਕਿਸੇ ਤੇ ਜ਼ੁਲਮ ਹੁੰਦਾ ਤੁਸੀਂ ਤਲਵਾਰ ਚੁੱਕਣੀ, ਤੇ ਅਸੀਂ ਤਾਂ ਜ਼ਬਰਦਸਤੀ ਤਲਵਾਰ ਚੁੱਕ ਕੇ ਲੋਕਾਂ ਵਾਸਤੇ ਤੁਰੇ ਫਿਰਦੇ ਹਾਂ। ਬਿਲਕੁਲ ਜੀ, ਇਹੀ ਫਲਸਫਾ। ਮੈਂ ਬੈਠਾ ਇੱਥੇ ਤੇ ਮੈਂ ਤਾਲਿਬਾਨ ਜਿਹੜੀਆਂ ਅਫਗਾਨਿਸਤਾਨ ਸਾਡੀਆਂ ਭੈਣਾਂ ਨੂੰ ਛੱਡ ਕੇ ਮੈਂ ਉਹਨਾਂ ਵਾਸਤੇ ਪਿੱਟ ਰਿਹਾ। ਮੇਰੇ 'ਚ ਅੱਜ ਪਾਵਰ ਹੋਵੇ ਤਾਂ ਮੈਂ ਅੱਜ ਹੀ ਇੱਥੇ 50,000 ਸਿੱਖ ਲੈ ਕੇ ਉੱਥੇ ਪਹੁੰਚਾਂ, ਸਿੱਧਾ ਕਰ ਦਿਆਂ ਉੱਥੇ ਜਾ ਕੇ ਤਾਲਿਬਾਨ ਨੂੰ।
ਇਹ ਜਜ਼ਬਾ ਸਾਡੇ ਮੈਂ ਪਹਿਲਾਂ ਖੂਨ 'ਚ ਕਿਹਾ ਹੈ। ਖੂਨ 'ਚ ਹੈ, ਸਾਨੂੰ ਗੁਰੂ ਦੇ ਕੇ ਗਏ ਨੇ। ਅਸੀਂ ਨਹੀਂ ਦੇਖ ਸਕਦੇ ਕਿਸੇ ਤੇ ਜ਼ੁਲਮ ਹੁੰਦਾ। ਜਿੱਥੇ ਜ਼ੁਲਮ ਅਸੀਂ ਦੇਖਦੇ ਹਾਂ, ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਪੂਛ ਅਸੀਂ ਸਾੜ ਨੂੰ ਤਿਆਰ ਹੋ ਜਾਂਦੇ ਹਾਂ ਆਪਦੀ। ਤੋ ਇਸ ਕਰਕੇ ਇਹ ਸਾਡੇ ਬਲੱਡ 'ਚ ਹੈ। ਅਸੀਂ ਜੋ ਮਰਜ਼ੀ ਤੁਸੀਂ ਹਿੰਦੁਸਤਾਨ ਨੂੰ ਗਾਲਾਂ ਕੱਢੋ, ਤੁਸੀਂ ਹੁਕਮਨਾਮਾ ਨੂੰ ਗਾਲਾਂ ਕੱਢੋ, ਇਹਨਾਂ ਸਾਡੇ ਨਾਲ ਧੋਖੇ ਕੀਤੇ ਨੇ, ਪਰ ਜਦੋਂ ਵਾਰੀ ਆਏਗੀ ਦੇਸ਼ ਦੀ ਸਿੱਖ ਫੋਰ ਫਰੰਟ ਤੇ ਹੋ ਕੇ ਲੜਨਗੇ ਔਰ ਫੋਰ ਫਰੰਟ ਤੇ ਇਸ ਮੁਲਕ ਨੂੰ ਬਚਾਉਣਗੇ, ਕਿਉਂਕਿ ਇਹਨਾਂ ਦਾ ਮੁਲਕ ਨਹੀਂ, ਸਾਡਾ ਮੁਲਕ ਹੈ, ਸਾਡਾ ਵੀ ਦੇਸ਼ ਹੈ। ਬਿਲਕੁਲ ਸਾਡਾ ਵੀ ਦੇਸ਼ ਹੈ। ਸਾਡੇ ਵੀ ਬੱਚੇ ਪੋਤੇ ਪੋਤੀਆਂ ਇੱਥੇ ਹੀ ਰਹਿਣੇ ਹੈ। ਤੁਸੀਂ ਜਾ ਕੇ ਦੇਖ ਲਓ ਬਾਹਰ ਕੈਨੇਡਾ, ਤੁਸੀਂ ਜਾ ਕੇ ਦੇਖ ਲਓ ਅਮਰੀਕਾ, ਭਾਵੇਂ ਤੁਹਾਨੂੰ 20 ਸਾਲ ਹੋ ਗਏ ਨੇ, ਤੁਹਾਡਾ ਦਿਲ ਵੀ ਇੱਥੇ ਹੈ, ਦਿਮਾਗ ਵੀ ਇੱਥੇ ਹੈ, ਅੱਜ ਵੀ ਇੱਥੇ ਜੇ ਤੜਫਦੇ ਜੇ ਆਪਦੇ ਪੰਜਾਬ ਵਾਸਤੇ। ਬਿਲਕੁਲ ਮੈਂ 12 ਦਿਨ ਕੈਨੇਡਾ ਗਿਆ, ਮੈਨੂੰ 13ਵੇਂ ਦਿਨ ਨੀਂਦ ਨਹੀਂ ਸੀ ਆਉਂਦੀ, ਮੈਂ ਵਿੱਚੇ ਛੱਡ ਕੇ ਭੱਜ ਕੇ ਆ ਗਿਆ। ਮੇਰਾ ਨਹੀਂ ਦਿਲ ਲੱਗਦਾ ਇੱਥੇ, ਹਾਲਾਂਕਿ ਮਾਈ ਡਾਟਰ ਵਾਜ਼ ਦੇਅਰ, ਮਾਈ ਸਨ ਵਾਜ਼, ਮੈਂ ਚੱਲ ਬੇਟਾ ਚਲੀਏ, ਮੇਰਾ ਨਹੀਂ ਇੱਥੇ ਦਿਲ ਲੱਗਦਾ। ਸੋ ਦੈਟ ਇਜ਼ ਅ ਲਵ ਫਾਰ ਯੋਰ ਕੰਟਰੀ। ਐਂਡ ਸਾਡੇ ਇੱਥੇ ਗੁਰੂਆਂ ਦੀ ਧਰਤੀ, ਪੀਰਾਂ ਦੀ ਧਰਤੀ, ਸਾਡੇ ਗੋਲਡਨ ਟੈਂਪਲ, ਸਾਡੀ ਇੱਥੇ ਵਿਰਾਸਤ, ਚੱਪੇ ਚੱਪੇ ਤੇ ਸਿੱਖਾਂ ਦੀ ਵਿਰਾਸਤ, ਤੋ ਅਸੀਂ ਇੱਥੇ ਭੁੱਲ ਕਿਵੇਂ ਸਕਦੇ ਹਾਂ? ਬਿਲਕੁਲ ਨਹੀਂ ਤੋ ਇਸ ਕਰਕੇ ਜਦ ਤੱਕ ਅਸੀਂ ਬੈਠੇ ਹਾਂ ਤੇ ਇਹ ਸੇਫ ਹੀ ਸੇਫ ਨੇ। ਇਹ ਭਾਵੇਂ ਸਾਨੂੰ ਅੱਤਵਾਦੀ ਕਹੀ ਜਾਣ ਤੇ ਭਾਵੇਂ ਜੋ ਮਰਜ਼ੀ ਕਹੀ ਜਾਣ, ਇਹਨਾਂ ਨੂੰ ਵੀ ਪਤਾ ਵੀ ਜਦ ਤੱਕ ਆ ਸਿੱਖ ਬੈਠੇ ਨਾ ਪੰਜਾਬ 'ਚ ਤੇ ਅਸੀਂ ਸੇਫ ਹੀ ਸੇਫ ਆ। ਤੇ ਮੈਨੂੰ ਤਾਂ ਇੱਕੋ ਹੀ ਬੇਨਤੀ ਹੈ, ਕੰਜਰੋ ਹਥਿਆਰ ਤਾਂ ਲੈ ਲਓ 8 ਕਰੋੜ ਜਿਹੜਾ ਲੱਖ ਕਰੋੜ ਦਿੱਤਾ ਜਿਹੜਾ ਇਹਨਾਂ ਤੋਂ ਵਾਪਸ ਲਓ। ਅਡਾਨੀਆਂ ਨੂੰ, ਵੱਡੇ ਅਡਾਨੀਆਂ ਨੂੰ ਇਹਨਾਂ ਨੇ ਥੋੜੀ ਮੁਲਕ ਬਚਾ ਦੇਣਾ। ਬਿਲਕੁਲ ਮੁਲਕ ਬਚਾਉਣਾ ਤੁਹਾਡੀ ਫੌਜ ਨੇ। ਉਹਨਾਂ ਨੂੰ ਪੈਰ ਤੋਂ ਲੈ ਕੇ ਸਿਰ ਤੱਕ ਇੰਨੇ ਵਧੀਆ ਹਥਿਆਰ ਦਿਓ ਤਾਂ ਕਿ ਅਸੀਂ ਸਾਰਾ ਹਿੰਦੁਸਤਾਨ ਸ਼ਾਂਤੀ ਨਾਲ ਇੱਥੇ ਸੌਂ ਸਕੇ ਜੀ। ਔਰ ਜੇ ਜ਼ਿਆਦਾ ਹੀ ਤਕਲੀਫ ਜੇ ਤੇ ਬਿਲਕੁਲ 2 ਲੱਖ ਭੇਜ ਦਿਓ ਅਫਗਾਨਿਸਤਾਨ 'ਚ, ਉਹ ਬੱਚਿਆਂ ਨੂੰ ਵੀ ਅਸੀਂ ਛੁਡਵਾ ਦਿਆਂਗੇ ਇਹਨਾਂ ਤੋਂ। ਚਲੋ, ਬਹੁਤ ਕੀਮਤੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਅੰਤ ਦੇ ਵਿੱਚ ਮੈਂ ਜ਼ਰੂਰ ਕਹਾਂਗਾ ਕਿ ਸਾਲ ਦੇ ਕਰੀਬ ਹੋ ਚੱਲਿਆ ਹੈ ਕਿਸਾਨੀ ਸੰਘਰਸ਼ ਚੱਲਦੇ ਆ, ਉਸ ਦੇ ਉੱਤੇ ਵੀ ਤੁਸੀਂ ਜ਼ਰੂਰ ਇੰਡੀਅਨ ਗਵਰਨਮੈਂਟ ਨੂੰ ਕੀ ਕਹਿਣਾ ਚਾਹੋਗੇ, ਕੀ ਅਪੀਲ ਕਰਨਾ ਚਾਹੋਗੇ, ਜਿਹੜੇ ਅੱਜ ਵੀ ਉਹਨਾਂ ਕਿਸਾਨਾਂ ਉੱਤੇ ਠੱਪੇ ਮਾਰਦੇ ਨੇ ਕਿ ਵੱਖਵਾਦੀਆਂ ਦੇ, ਅੱਤਵਾਦੀਆਂ ਦੇ। ਤੇ ਹੁਣ ਤਾਂ ਇਹ ਵੀ ਖਬਰ ਆ ਰਹੀਆਂ ਨੇ ਕਿ 2022 ਦੇ ਵਿੱਚ ਪੰਜਾਬ ਦੇ ਵਿੱਚ ਹੋ ਸਕਦਾ ਕਿ ਰਾਸ਼ਟਰਪਤੀ ਸ਼ਾਸਨ ਲਾਗੂ ਹੋ ਜਾਵੇ, ਕਿਉਂਕਿ ਸਕੀਮਾਂ ਉੱਦਾਂ ਦੀਆਂ ਅੰਦਰ ਖਾਤੇ ਚਲਾਈਆਂ ਜਾ ਰਹੀਆਂ ਨੇ, ਉੱਦਾਂ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ, ਉੱਦਾਂ ਦਾ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ ਕਿ ਲੋਕ ਆਪ ਹੀ ਵੋਟਾਂ ਤੋਂ ਬਾਈਕਾਟ ਕਰਨ, ਜਿੱਦਾਂ ਦਾ 92 'ਚ ਮਾਹੌਲ ਤਿਆਰ ਕੀਤਾ ਗਿਆ ਸੀ। ਬਹੁਤ ਵੱਡੀ ਜੋ ਸਿਨੈਰੀਓ ਹੁਣ ਬਾਰਡਰਾਂ 'ਤੇ ਸ਼ੁਰੂ ਹੋ ਗਿਆ ਜੀ, ਹੋ ਸਕਦਾ ਹੁਣ ਇਹ 20 ਦਫਾ ਉਹ ਸੋਚਣ ਜੋੜਾ ਤੁਸੀਂ ਕਹਿ ਰਹੇ ਜੇ ਕਰਨ ਜਾ ਰਹੇ ਸੀ, ਕਰਨ ਦੀ ਤਿਆਰੀ ਵੀ ਹੈ, ਸਾਰਾ ਇਹਨਾਂ ਨੇ ਸਿਸਟਮ ਸੈੱਟ ਕੀਤਾ ਹੋਇਆ। ਹੁਣ ਇਹਨਾਂ ਨੂੰ ਕਿਸਾਨਾਂ ਦਾ ਵੀ ਜਿਹੜਾ ਮਸਲਾ ਉਹ ਹੱਲ ਕਰਨਾ ਪਏਗਾ, ਕਿਉਂਕਿ ਦੇਖੋ ਤੁਸੀਂ ਨਿਸ਼ਾਨ ਸਾਹਿਬ ਦਾ ਇਹਨਾਂ ਨੇ 26 ਜਨਵਰੀ ਦੇ ਜਿਹੜਾ ਉੱਥੇ ਲਾਇਆ, ਖਾਲਿਸਤਾਨ ਦਾ ਝੰਡਾ ਬਣਾਤਾ ਉਹਨੂੰ ਖਾਲਿਸਤਾਨ ਦਾ ਝੰਡਾ ਬਣਾਤਾ। ਤੇ ਖੁਦ ਕਲਿਆਣ ਦੀ ਜਿਹੜੀ ਡੈਥ ਹੋਈ ਐਕਸ ਚੀਫ ਮਿਨਿਸਟਰ ਦੀ, ਤਿਰੰਗੇ ਝੰਡੇ ਦੇ ਉੱਤੇ ਭਗਵਾਂ ਝੰਡਾ ਪਾ ਕੇ ਉਹਨੂੰ ਰੁਖਸਤ ਕਰ ਰਹੇ, ਆਪ ਖੁਦ ਤਿਰੰਗੇ ਦੀ ਬੇਇੱਜ਼ਤੀ ਕਰ ਰਹੇ, ਬੇਅਦਬੀ ਕਰਦੇ ਨੇ। ਅਸੀਂ ਤਾਂ ਨਿਸ਼ਾਨ ਸਾਹਿਬ ਲਾਇਆ ਤੇ ਤਿਰੰਗਾ ਤਾਂ ਸੈਪਰੇਟ ਚੱਲਦਾ ਹੈ, ਸਾਡਾ ਤਾਂ ਕੋਈ ਲੋੜਾ ਨਹੀਂ, ਜਿਹੜਾ ਅਸੀਂ ਹਰ ਜਗ੍ਹਾ ਤੇ ਲੈ ਕੇ ਜਾਂਦੇ ਹਾਂ। ਸਾਡਾ ਤਾਂ ਲੜਾਈ 'ਚ ਵੀ ਨਾਲ ਜਾਂਦਾ ਹੈ, ਤੁਹਾਡਾ ਭਗਵਾਂ ਤਾਂ ਲੜਾਈ 'ਚ ਇਹਨਾਂ ਨਾਲ ਜਾਂਦਾ। ਤੇ ਤੁਹਾਨੂੰ ਉੱਥੇ ਖਾਲਿਸਤਾਨ, ਇਹ ਸਾਰਾ ਸਟੰਟ ਸੀਗਾ, ਇਹ ਸਿਸਟਮ ਸੀਗਾ ਮੂਵਮੈਂਟ ਨੂੰ ਫੇਲ ਕਰਨ ਵਾਸਤੇ। ਇਹ ਕੁਝ ਜਿਹੀਆਂ ਹਰਕਤਾਂ ਸੀਗੀਆਂ। ਹੁਣ ਜੋ ਇਹਨਾਂ ਨੂੰ ਭੱਜੇ ਫਿਰਦੇ ਨਾ, ਹੁਣ ਸ਼ਾਇਦ ਇਹ ਸੋਚਣਗੇ ਕਿ ਨਹੀਂ ਬਈ ਇਹ ਮਸਲਾ ਜਲਦੀ ਹੱਲ ਕਰੋ, ਇੰਨਾ ਨਾ ਅਸੀਂ ਕਿਤੇ ਵਖਰੇਵਾਂ ਪਾ ਦਈਏ ਕਿ ਕੱਲ੍ਹ ਨੂੰ ਜਦੋਂ ਸਾਡੀ ਲੜਾਈ ਹੁੰਦੀ ਹੈ ਪਾਕਿਸਤਾਨ ਨਾਲ, ਤਾਲਿਬਾਨ ਨਾਲ, ਤੁਰਕੀ ਨਾਲ, ਚਾਈਨਾ ਨਾਲ, ਇਕੱਠੀ ਹੋਣੀ ਹੈ। ਬਿਲਕੁਲ। ਔਰ ਆਈ ਕੈਨ ਅਸ਼ੋਰ ਯੂ ਸੈਣੀ ਸਾਹਿਬ, ਮੈਂ ਗੌਰਮੈਂਟ ਨੂੰ ਵਾਰਨ ਕਰਦਾ ਕਿ ਤੁਸੀਂ ਬੜੇ ਸ਼ੇਰ ਬਣੇ ਸੀ ਨਾ 71 'ਚ, 92,000 ਫੌਜੀ ਕਬਜ਼ੇ ਕਰ ਲਏ। ਅਗਰ ਤੁਸੀਂ ਆਪਦੀ ਫੌਜ ਨੂੰ 6 ਮਹੀਨਿਆਂ ਦੇ ਵਿੱਚ ਆਰਮਡ ਨਾ ਕੀਤਾ, ਜੋ ਮੈਂ ਕਹਿ ਰਿਹਾ 3000 ਟੈਂਕ ਨਾ ਲਿਆਂਦੇ, 1000 ਫਲਾਣਾ ਨਾ ਲਿਆਂਦਾ, 1000 ਜਹਾਜ਼ ਨਾ ਲਿਆਂਦੇ, ਉਹਨਾਂ ਨੂੰ ਨਾ ਕੀਤਾ, ਤੇ ਤੁਹਾਡਾ 3-4 ਲੱਖ ਫੌਜੀ ਪ੍ਰਿਜ਼ਨਰ ਆਫ ਵਾਰ ਬਣ ਸਕਦਾ ਹੈ। ਸਿਰਫ 2 ਹੀ ਸੜਕਾਂ ਕੱਟਣੀਆਂ ਨੇ। ਚਾਈਨਾ ਨੇ ਤੁਹਾਡੀ ਕੱਟਣੀ ਹੈ ਮਨਾਲੀ ਵਾਲੀ ਤੇ ਪਾਕਿਸਤਾਨ ਨੇ ਕੱਟਣੀ ਹੈ ਕਾਰਗਿਲ ਵਾਲੀ। ਕਿੱਥੋਂ 4 ਲੱਖ ਨੂੰ ਰਾਸ਼ਨ ਦਿਓਗੇ? ਕਿੱਥੋਂ 4 ਲੱਖ ਨੂੰ ਅਮਨੀਸ਼ਨ ਦਿਓਗੇ? ਜਹਾਜ਼ ਤੁਹਾਡੇ ਕੋਲ ਹੈ ਨਹੀਂ ਜਿਹੜਾ ਬਾਈ ਏਅਰ ਸੁੱਟ ਦਿਓਗੇ, ਉਹਨਾਂ ਨੇ ਤੁਹਾਡੇ ਸੁੱਟ ਲੈਣੇ। ਬਿਲਕੁਲ। ਤੋ ਇਸ ਕਰਕੇ ਐਡੀ ਦਾੜੀ ਵੱਧ ਗਈ ਮੋਦੀ ਸਾਹਿਬ ਦੀ, ਰਾਤ ਨੂੰ ਨੀਂਦ ਨਹੀਂ ਆਉਂਦੀ, ਅੱਖਾਂ ਬਾਹਰ ਆ ਗਈਆਂ
ਪਤਾ ਉਹਨਾਂ ਨੂੰ ਵੀ ਹੈ, ਪਤਾ ਜੀ ਡਵਾਲ ਨੂੰ ਵੀ ਹੈ। ਭੱਜੇ ਫਿਰਦੇ ਨੇ, ਕੋਈ ਮੁਲਕ ਨਹੀਂ ਛੱਡ ਰਹੇ। 5 ਹਫ਼ਤੇ 'ਚ 3 ਮੁਲਕਾਂ ਜਾ ਕੇ ਆ ਰਹੇ ਨੇ ਤੇ ਸੈਕਿੰਡ ਹੈਂਡ ਹਥਿਆਰ ਹੀ ਖਰੀਦਣ ਲੱਗੇ ਹੋਏ ਨੇ, ਜਾਣਦੇ ਉਹ ਵੀ ਨੇ। ਪਰ ਇਹ ਜੋ ਅਸੀਂ ਕਹਿ ਰਹੇ ਹੁਣ ਪਬਲਿਕ ਨੂੰ ਪਤਾ ਲੱਗ ਜਾਊਗਾ, ਫਿਰ ਉਹਨਾਂ ਨੂੰ ਇਕੱਲਿਆਂ ਨੂੰ ਪਤਾ ਹੈ ਕਿ ਅਸੀਂ ਭੱਜੇ ਫਿਰਦੇ ਹਾਂ। ਤੋ ਅਸੀਂ ਸਾਰੀ ਪਬਲਿਕ ਦਾ ਪ੍ਰੈਸ਼ਰ ਹੋਣਾ ਚਾਹੀਦਾ, ਸਾਰੇ ਹਿੰਦੁਸਤਾਨ ਦਾ ਇੰਨਾ ਪ੍ਰੈਸ਼ਰ ਪਾ ਦਿਓ ਇਹਨਾਂ 'ਤੇ ਕਿ ਜੋ ਕਾਰਪੋਰੇਟ ਨੂੰ ਕੋਲ ਲੈ ਕੇ ਦਿਓ 500 ਜਹਾਜ਼, ਲੈ ਕੇ ਦਿਓ 100 ਜਹਾਜ਼। ਕਾਹਦੇ ਵਾਸਤੇ? ਖਾ ਕੇ ਬੈਠੇ ਸਾਡਾ ਪੈਸਾ। ਬਿਲਕੁਲ ਅਸੀਂ ਹਿੰਦੁਸਤਾਨ ਨੂੰ ਬਚਾਉਣਾ ਨਾ। ਤੋ ਇਹ ਹਿੰਦੁਸਤਾਨ ਦੇ ਲੋਕਾਂ ਨੂੰ ਇੱਕ ਪ੍ਰੈਸ਼ਰ ਗਰੁੱਪ ਬਣਾ ਕੇ ਇਹਨਾਂ ਨੂੰ ਨੱਕ 'ਚ ਦਮ ਕਰ ਦੇਣਾ ਚਾਹੀਦਾ ਕਿ 2022 'ਚ ਮੋਦੀ ਸਾਹਿਬ ਇੱਕ ਵੋਟ ਨਹੀਂ ਤੁਹਾਨੂੰ ਯੂਪੀ 'ਚ ਪੈਣ ਦਿਆਂਗੇ ਜਦ ਤੱਕ 1000 ਜਹਾਜ਼ ਲਿਆ ਕੇ ਸਾਡੀ ਫੌਜ ਨੂੰ ਨਹੀਂ ਦਿੰਦਾ।